ਅੱਜ ਆਪਾਂ 199 ਅੰਗ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ। 116ਵਾਂ ਸ਼ਬਦ ਹੈਗਾ, ਮਾਫ਼ ਕਰਨਾ, ਇਹ ਲੜੀ ਦਾ 47ਵਾਂ ਮੋਤੀ ਹੈਗਾ। ਗੌੜੀ ਮਹੱਲਾ ਪੰਜਵਾਂ। ਹਰ ਗੁਣ ਜਪਤ ਕਮਲ ਪ੍ਰਗਾਸੈ, ਹਰ ਸਿਮਰਤ ਤਰਾਸ ਸਭ ਨਾਸੈ। ਹੁਣ ਇਹ ਹਰ ਗੁਣ ਜਪਤ ਕਮਲ ਪ੍ਰਗਾਸੈ। ਹੁਣ ਹਰ ਗੁਣ ਪਰਮੇਸ਼ਰ ਦੇ ਗੁਣ ਜਿਹੜੇ ਹੈਗੇ ਜਪਣਾ ਹੈ ਉਹਨਾਂ ਨੂੰ। ਕਿਤੇ ਗਾਉਣਾ ਲਿਖ ਦਿੰਦੇ, ਕਿਤੇ ਜਪਣਾ ਲਿਖ ਦਿੰਦੇ ਮਹਾਰਾਜ। ਸਦਾ ਸਦਾ ਗੁਣ ਗਾਈਏ ਜਪਨਾ ਮੁਰਾਰੀ, ਆਹੀ ਗੁਣ ਗਾਉਣੇ ਹੈਗੇ। ਇੱਥੇ ਹਰ ਗੁਣ ਜਪਤ ਕਮਲ ਪ੍ਰਗਾਸੇ, ਪ੍ਰਗਾਸਾ ਹਿਰਦਾ ਕਮਲ ਜਿਹੜਾ ਹੈਗਾ, ਜਿਹੜਾ ਮੁਰਝਾਇਆ ਹੋਇਆ ਹੈ, ਜਿਹਦੇ ਵਿੱਚ ਜਿਹੜੇ ਹੈਗੇ ਜਨਮਾਂ ਜਨਮਾਂ ਦੇ ਸੰਸਕਾਰ ਹੈਗੇ, ਆਪਣੇ ਭੈੜੀ ਮੱਤ ਹੈਗੀ ਆ, ਉਹ ਜਿਹੜੀ ਹੈਗੀ ਆ ਉਹਨੇ ਉਹ ਵਿਕਾਰਾਂ ਦਾ ਜਲ ਨਿਕਲ ਜਾਣਾ ਹੈ, ਉਹਦੇ ਵਿੱਚ ਅੰਮ੍ਰਿਤ ਜਲ ਨਾਲ ਭਰ ਜਾਣਾ, ਉਹਨੇ ਪ੍ਰਗਾਸ ਹੋ ਜਾਣਾ, ਉਹਨੇ ਖਿੜ ਜਾਣਾ ਹੈ ਕਮਲ ਨੇ, ਹਿਰਦੇ ਕਮਲ ਨੇ। ਔਰ ਇਹ ਕਾਰਵਾਈ ਹੋਣੀ ਹੈ ਹਰ ਗੁਣ ਜਪਤ ਕਮਲ ਪ੍ਰਗਾਸੇ। ਪਰਮਾਤਮਾ ਦੇ ਗੁਣ ਜਿਹੜੇ ਹੈਗੇ ਆ ਜਪਣ ਦੇ ਨਾਲ। ਹੁਣ ਗੁਣਾਂ ਨੂੰ ਕਿਵੇਂ ਜਪਣਾ ਹੈ? ਪਰਮਾਤਮਾ ਦੇ ਗੁਣ ਜਿਹੜੇ ਹੈਗੇ ਆਪਾਂ ਨੇ ਗ੍ਰਹਿਣ ਕਰਨੇ ਆ ਔਰ ਨਾਮ ਅਭਿਆਸ ਕਰਨਾ ਹੈ, ਧਿਆਨ ਸਿਮਰਨ ਕਰਨਾ ਹੈ, ਆਪਣੇ ਅੰਦਰ ਵੜਨਾ ਹੈ। ਜਿਹੜੀ ਪ੍ਰਾਣ ਸ਼ਕਤੀ ਆਪਣੀ ਬਾਹਰ ਮੁਖੀ ਹੈਗੀ ਆ, ਇਹ 9 ਦਰਵਾਜ਼ਿਆਂ ਤੋਂ ਜਿਹੜੀ ਹੈਗੀ ਬਾਹਰ ਮੁਖੀ ਬਾਹਰ ਜਾ ਰਹੀ ਹੈ, ਉਹਨੂੰ ਜਿਹੜਾ ਹੈਗਾ ਉਹਨੂੰ ਰੋਕਣਾ ਹੈਗਾ ਭਾਈ। ਤਾਂ ਜਿਹੜਾ ਇਹ ਕਮਲ ਪ੍ਰਗਾਸ ਹੋਏਗਾ। ਹਰ ਸਿਮਰਤ ਤਰਾਸ ਸਭ ਨਾਸੇ। ਤਰਾਸ ਜਿਹੜਾ ਹੈਗਾ ਇਹ ਹੁੰਦਾ ਹੈ ਡਰ। ਕਹਿੰਦੇ ਸਾਰੇ ਮਾਇਆ ਦਾ ਡਰ ਜਿਹੜਾ ਹੈਗਾ ਸਾਰਾ ਨੱਸ ਜਾਏਗਾ। ਜਨਮ ਮਰਨ ਦਾ ਡਰ, ਮਾਂ ਦੇ ਪੇਟ ਦਾ ਡਰ। ਹਰ ਗੁਣ ਜਪਤ ਕਮਲ ਪ੍ਰਗਾਸੈ, ਹਰ ਸਿਮਰਤ ਤਰਾਸ ਸਭ ਨਾਸੈ। ਸਾਮਤ ਪੂਰੀ ਜਿਤ ਹਰ ਗੁਣ ਗਾਵੈ। ਆਹ ਦੇਖ ਲਓ, ਹੁਣ ਇੱਥੇ ਹਰ ਗੁਣ ਗਾਉਣ ਨੂੰ ਕਹਿ ਰਹੇ ਮਹਾਰਾਜ, ਪਹਿਲਾਂ ਜਪਣ ਨੂੰ ਕਹਿ ਰਹੇ ਸੀਗੇ। ਇਹੀ ਜਿਹੜੀ ਮੁੰਦਾਵਣੀ ਪਾਈ ਹੋਈ ਹੈ, ਇਹੀ ਮੁੰਦਾਵਣੀ ਹੈਗੀ ਆ, ਪਹੇਲੀ ਹੈਗੀ ਭਾਈ। ਵੀ ਕੀ ਕਰਨਾ ਹੈ? ਧਿਆਨ ਸਿਮਰਨ ਕਰਨਾ ਹੈ। ਇਸ ਲਈ ਬਾਣੀ ਨੂੰ ਜਿਹੜਾ ਹੈਗਾ, ਬਾਣੀ ਨੂੰ ਬੁੱਝਣਾ, ਇਹ ਚੌਥੇ ਪਦ ਦੀ ਬਾਣੀ ਹੈ। ਇਹਦੇ ਵਿੱਚ ਜਿਹੜਾ ਹੈਗਾ ਇਹ ਜਿਹੜੀ ਹੈਗੀ ਆ, ਇਹ ਵਿਆਕਰਣ ਦੇ ਜਾਂ ਗ੍ਰਾਮਰ ਦੇ ਅਨੁਸਾਰ ਜਿਹੜੇ ਹੈਗੇ ਇਹਦੀ ਅੱਖਰੀ ਅਰਥ ਕਰਨ ਦੇ ਨਾਲ ਜਿਹੜਾ ਹੈਗਾ ਗੱਲ ਨਹੀਂ ਬਣਨੀ। ਇਹ ਜਿਹੜੀਆਂ ਨਾਲ ਪ੍ਰੈਕਟੀਕਲ ਕਰਾਂਗੇ ਆਪਣੇ ਜੀਵਨ ਦੇ ਵਿੱਚ ਜਿਹੜਾ ਹੈਗਾ ਇਹ ਜਪਣ ਵਾਲਾ ਕਾਰਵਾਈ ਜਿਹੜੀ ਹੈਗੀ, ਸਿਮਰਨ ਕਰਨ ਦੀ ਜਿਹੜੀ ਹੈਗੀ, ਜਦ ਕਿਰਿਆ ਕਰਾਂਗੇ ਤਾਂ ਇਹ ਬਾਣੀ ਜਿਹੜੀ ਹੈਗੀ ਆਪਾਂ ਨੂੰ ਰਾਹ ਦਊਗੀ ਭਾਈ। ਤਾਂ ਜਿਹੜਾ ਹੈਗਾ ਰਸਤਾ ਪਤਾ ਲੱਗੂਗਾ ਜਦ ਪ੍ਰੈਕਟੀਕਲ ਕਰਾਂਗੇ ਆਪਾਂ। ਕਿਉਂਕਿ ਇਹ ਜਿਹੜੀ ਹੈਗੀ ਆ ਚੌਥਾ ਪਦ ਜਿਹੜਾ ਹੈਗਾ ਇਹ ਪ੍ਰੈਕਟੀਕਲ ਦਾ ਪਦ ਹੈਗਾ। ਇਹ ਪ੍ਰੈਕਟੀਕਲ ਆਪਣਾ ਗਿਆਨ ਆਪ ਪੈਦਾ ਕਰਨਾ ਹੈ। ਗਿਆਨ ਆਪ ਚੱਲਾਂਗੇ ਤੇ ਤਾਂ ਆਪਣਾ ਰਸਤਾ ਆਪ ਬਣਾਉਣਾ ਹੈ। ਪੱਥਰ ਰਸਤੇ ਦੇ ਜਿਹੜੇ ਹੈਗੇ, ਰਸਤੇ ਦੀ ਰੁਕਾਵਟ ਆਪ ਜਿਹੜੀ ਹੈਗੀ ਆ ਆਪ ਪਾਸੇ ਕਰਨੀ ਪਊਗੀ। ਮਿਹਨਤ ਕਰਾਂਗੇ ਆਪਣੇ ਆਪ, ਆਪਾਂ ਨੂੰ ਪਤਾ ਲੱਗੇਗਾ ਕੀ ਰੁਕਾਵਟ ਹੈ ਮੇਰੇ ਅੰਦਰ, ਜਿਹੜਾ ਕਿੰਨਾ ਇਹ ਘਰ ਵਿੱਚ ਭਰਿਆ ਪਿਆ ਹੈ, ਕਿੰਨਾ ਕਾਮ ਕ੍ਰੋਧ ਲੋ ਮੋਹੰਕਾਰ ਦੇ ਨਾਲ ਮੈਂ ਤਾਂ ਪੂਰੀ ਤਰ੍ਹਾਂ ਕਾਲਾ ਸੁਆਹ ਹੋਇਆ ਪਿਆ ਮੇਰਾ ਮਨ। ਇਸ ਨੇ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਪ੍ਰਕਾਸ਼ਿਤ ਹੋਣਾ ਹੈ। ਹਰ ਗੁਣ ਜਪਤ ਕਮਲ ਪ੍ਰਗਾਸੈ, ਹਰ ਸਿਮਰਤ ਤਰਾਸ ਸਭ ਨਾਸੈ। ਸਾਮਤ ਪੂਰੀ ਜਿਤ ਹਰ ਗੁਣ ਗਾਵੈ। ਕਹਿੰਦੇ ਉਹ ਮੱਤ ਪੂਰੀ ਹੈ ਭਾਈ, ਉਹਦੇ ਕੋਲ ਪੂਰਾ ਗਿਆਨ ਆ ਗਿਆ, ਪੂਰੀ ਮੱਤ ਆ ਉਹਦੇ ਕੋਲ, ਵਿਵੇਕ ਬੁੱਧੀ ਆ ਉਹਦੇ ਕੋਲ, ਜਿਹੜਾ ਪਰਮੇਸ਼ਰ ਦੇ ਗੁਣ ਗਾਉਂਦਾ ਹੈ, ਜਿਹੜਾ ਧਿਆਨ ਸਿਮਰਨ ਕਰਦਾ ਹੈ। ਵੱਡੇ ਭਾਗ ਸਾਧੂ ਸੰਗ ਪਾਵੈ। ਜਿਹਨੇ ਵੱਡੇ ਭਾਗ ਆ ਉਹਦੇ, ਜੇ ਉਹਨੇ ਗੁਰੂ ਦੀ ਸੰਗਤ ਮਿਲ ਗਈ, ਸਾਧ ਸੰਗਤ ਮਿਲ ਗਈ। ਰਹਾਓ ਸਾਧ ਸੰਗ ਪਾਈਏ ਨਿਧ ਨਾਮਾ। ਕਿਉਂਕਿ ਸਾਧ ਸੰਗਤ ਦੇ ਵਿੱਚ ਹੀ ਜਿਹੜਾ ਹੈਗਾ ਸਭ ਤੋਂ ਵੱਡਾ ਖਜ਼ਾਨਾ ਜਿਹੜਾ ਹੈਗਾ
ਨਾਮ ਪਰਮੇਸ਼ਰ ਦਾ ਮਿਲਣਾ ਹੈ। ਸਾਧ ਸੰਗ ਪੂਰਨ ਸਭੇ ਕਾਮਾ, ਇਹ ਸਾਧ ਸੰਗਤ ਗੁਰੂ ਦੀ ਸੰਗਤ ਦੇ ਦੁਆਰਾ ਹੀ ਜਿਹੜੇ ਹੈਗੇ ਸਾਰੇ ਕੰਮ ਸਤ ਸੰਗਤ ਦੇ ਦੁਆਰਾ ਹੀ ਪੂਰਨ ਹੋਣੇ ਆ। ਹਰ ਕੀ ਭਗਤ ਜਨਮ ਪ੍ਰਵਾਨ, ਮਨੁੱਖਾ ਜੂਨ ਮਿਲਿਆ ਹੋਇਆ ਜਿਹੜਾ ਆਪਾਂ ਨੂੰ ਸਭ ਤੋਂ ਰੇਅਰ, ਸਭ ਤੋਂ ਉਚਲੀ ਸਿਖਰਲੇ ਡੰਡੇ ਤੇ ਹੈਗੇ, ਕਹਿੰਦੇ ਪ੍ਰਵਾਨ ਹੋ ਜਾਏਗਾ, ਫਲੀਪੂਤ ਹੋ ਜਾਏਗਾ। ਹਰ ਕੀ ਭਗਤ ਜਨਮ ਪ੍ਰਵਾਨ, ਗੁਰ ਕਿਰਪਾ ਤੇ ਨਾਮ ਵਖਾਣ। ਕਿਵੇਂ? ਗੁਰੂ ਦੀ ਕਿਰਪਾ ਦੇ ਨਾਲ ਪਰਮੇਸ਼ਰ ਦਾ ਨਾਮ ਵਖਾਣਨਾ ਹੈ, ਧਿਆਨ ਸਿਮਰਨ ਕਰਨਾ ਹੈ। ਕਾਰਵਾਈ ਇੱਕੋ ਹੀ ਹੈਗੀ ਬਸ, ਬਾਕੀ ਸਾਰਾ ਆਪਾਂ ਗਿਆਨ ਲੈ ਰਹੇ ਹਾਂ, ਗੁਰੂ ਦੀ ਮੱਤ ਲੈ ਰਹੇ ਹਾਂ, ਐਕਸ਼ਨ ਨਹੀਂ ਕਰਾਂਗੇ ਤੇ ਕੋਈ ਉਹਦਾ ਫਾਇਦਾ ਹੀ ਨਹੀਂ ਹੈ। ਬਸ ਉਹ ਤਾਂ ਉਸ ਤਰ੍ਹਾਂ ਹੈ ਜਿਵੇਂ ਕੋਈ GPS ਜਿਹੜਾ ਦੇਖ ਲਿਆ, ਗੱਡੀ ਜਿਹੜੀ ਹੈਗੀ, ਗੱਡੀ ਨੂੰ ਜਿਹੜਾ ਹੈਗਾ ਗੈਸ ਪਵਾ ਲਈ ਗੱਡੀ ਦੇ ਵਿੱਚ, ਜਿਹੜਾ ਹੈਗਾ ਹੋਰ ਪਾਣੀ ਪੂਣੀ ਗੱਡੀ ਦਾ ਸਾਰਾ ਚੈੱਕ ਕਰ ਲਿਆ, ਸਾਫ ਸਫਾਈ ਕਰ ਦਿੱਤੀ ਔਰ ਤੁਰਿਆ ਹੈ ਹੀ ਨਹੀਂ, ਗੱਡੀ ਚਲਾਈ ਨਹੀਂ, ਫਿਰ ਕਿਵੇਂ ਪਹੁੰਚ ਜਾਵਾਂਗੇ ਮੰਜ਼ਿਲ ਦੇ ਉੱਤੇ ਆਪਾਂ। ਹਰ ਕੀ ਭਗਤ ਜਨਮ ਪ੍ਰਵਾਨ, ਭਗਤੀ ਕਰਾਂਗੇ, ਭਗਤੀ ਹੈ ਹੀ ਹਰ 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 ਭਗਤ ਦਰਾਵੋ, ਹਰ 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 ਘੂਮਰ ਪਾਵੋ, ਭਗਤੀ ਹੈ ਹੀ ਜਿਹੜੀ ਹੈਗੀ ਧਿਆਨ ਸਿਮਰਨ। ਹਰ ਕੀ ਭਗਤ ਜਨਮ ਪ੍ਰਵਾਨ, ਗੁਰ ਕਿਰਪਾ ਤੇ ਨਾਮ ਵਖਾਣ। ਦੇਖ ਲਓ ਅਗਲੀ ਲਾਈਨ ਇਮੀਡੀਏਟਲੀ ਕਹਿ ਦਿੰਦੇ ਆ ਭਾਈ, ਨਾਮ ਨੂੰ ਵਖਾਣ ਲਾ ਜੇ ਗੁਰੂ ਦੀ ਕਿਰਪਾ ਚਾਹੀਦੀ ਹੈ ਤੇ ਪਰਮੇਸ਼ਰ ਦੀ ਕਿਰਪਾ ਹੋ ਜਾਏਗੀ। ਫਿਰ ਜਾਕੋ ਆਪਣੀ ਕਿਰਪਾ ਧਾਰੈ, ਕੀ ਕਰਦਾ ਹੈ ਉਹ? ਸੋਜਨ ਰਸਨਾ ਨਾਮ ਉਚਾਰੈ। ਕਹੋ ਨਾਨਕ ਸੋ ਜਨ ਪ੍ਰਵਾਨ, ਜਾ ਕੇ ਹਿਰਦੇ ਵਸੈ ਭਗਵਾਨ। ਕਹਿੰਦੇ ਉਹ ਪ੍ਰਵਾਨ ਹੋ ਜਾਂਦਾ ਇਨਸਾਨ ਜਿਹਦੇ ਹਿਰਦੇ 'ਚ ਪਰਮਾਤਮਾ ਵਸਦਾ ਹੈ। ਹਿਰਦਾ ਇੱਕ ਹੈਗਾ, ਉਹਦੇ ਵਿੱਚ ਜਾਂ ਤਾਂ ਮਾਇਆ ਵਸੇਗੀ, ਜਾਂ ਸੰਸਕਾਰ, ਜਾਂ ਪਰਮਾਤਮਾ ਵਸੇਗਾ। ਮਾਇਆ ਵਸ ਗਈ ਤੇ ਤ੍ਰਿਸ਼ਨਾ ਵਸ ਗਈ, ਤ੍ਰਿਸ਼ਨਾ ਵਸ ਗਈ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨਿੰਦਾ ਚੁਗਲੀ ਈਰਖਾ ਦਵੈਤ ਹਉਮੈ ਸਾਰਾ ਕੁਛ ਆ ਗਿਆ ਉਹਦੇ ਵਿੱਚ। ਕਹੋ ਨਾਨਕ ਸੋ ਜਨ ਪ੍ਰਵਾਨ, ਜਾ ਕੇ ਹਿਰਦੈ ਵਸੈ ਭਗਵਾਨ। ਗੌੜੀ ਮਹੱਲਾ ਪੰਜਵਾਂ। ਏਕ ਸਿਉ ਜਾ ਕਾ ਮਨ ਰਾਤਾ, ਵਿਸਰੀ ਤਿਸੈ ਪਰਾਈ ਤਾਤਾ। ਏਕਸਿਓ ਜਾ ਕਾ ਮਨ ਰਾਤਾ, ਰਤਨਾ ਆ ਮਨ ਨੇ ਭਾਈ ਇੱਕ ਮਾਲਕ ਪਰਮਾਤਮਾ ਦੇ ਨਾਲ। ਏਕਸਿਓ ਜਾ ਕਾ ਮਨ ਰਾਤਾ, ਰਤੂਗਾ ਕਿਵੇਂ? ਜੇ ਆਪਾਂ ਧਿਆਨ ਸਿਮਰਨ ਕਰਾਂਗੇ, ਸ਼ਬਦ ਅਭਿਆਸ ਕਰਾਂਗੇ, ਆਪਣੇ ਅੰਦਰ ਵੜਾਂਗੇ। ਪਹਿਲਾਂ ਰੰਗੂਗਾ ਮਨ, ਫਿਰ ਰਤਿਆ ਜਾਏਗਾ। ਪਹਿਲਾਂ ਸਿਮਰਨ ਸਮਰਨ, ਪਹਿਲਾਂ ਜਪਣਾ, ਫਿਰ ਸਮਰਨ, ਫਿਰ ਜਿਹੜਾ ਹੈਗਾ ਧਿਆਨ। ਗੌੜੀ ਮਹੱਲਾ ਪੰਜਵਾਂ। ਏਕਸਿਓ ਜਾ ਕਾ ਮਨ ਰਾਤਾ, ਕਿਉਂਕਿ ਹੈ ਹੀ ਇੱਕ। ਆਪਾਂ ਨੂੰ ਜਿਹੜਾ ਹੈਗਾ ਇਹੀ ਮਾਇਆ ਹੈਗੀ, ਇਹੀ ਮਾਲਕ ਪਰਮਾਤਮਾ ਦੀ ਜਿਹੜੀ ਖੇਡ ਹੈਗੀ ਹੈ ਇੱਕ, ਔਰ ਸਾਰਿਆਂ ਦੇ ਵਿੱਚ ਹੈਗਾ। ਔਰ ਪੰਜਾਂ ਤੱਤਾਂ ਦੇ ਦੁਆਰਾ ਜਿਹੜਾ ਹੈਗਾ ਮਾਲਕ ਨੇ ਇਹ ਸਾਰੀ ਰਚਨਾ ਕੀਤੀ ਹੋਈ ਹੈ। ਏਕਸਿਓ ਜਾ ਕਾ ਮਨ ਰਾਤਾ, ਵਿਸਰੀ ਤਿਸੈ ਪਰਾਈ ਤਾਤਾ। ਉਹਨੂੰ ਜਿਹੜੀ ਹੈਗੀ ਪਰਾਈ ਤਾਤ ਕੀ ਹੁੰਦੀ ਹੈ? ਈਰਖਾ, ਪਰਾਈ ਈਰਖਾ, ਉਹਨੂੰ ਵਿਸਰ ਜਾਂਦੀ ਹੈ ਭਾਈ। ਬਿਨ ਗੋਬਿੰਦ ਨਾ ਦਿਸੈ ਕੋਈ, ਕਹਿੰਦੇ ਭਾਈ ਨਹੀਂ ਹੈਗਾ ਕੋਈ ਵੀ, ਮਾਲਕ ਪਰਮਾਤਮਾ ਤੋਂ ਇਲਾਵਾ ਕੋਈ ਨਹੀਂ ਹੈਗਾ। ਇਹ ਸਾਰੀ ਖੇਡ ਹੈ ਮਾਲਕ ਪਰਮਾਤਮਾ ਦੀ। ਜੋ ਤੂੰ ਹੈਗਾ ਉਹੀ ਸਾਹਮਣੇ ਵਾਲਾ ਹੈਗਾ, ਸਾਰਾ ਜੀਵ ਉਹੀ ਹੈ। ਬਾਕੀ ਪੰਜਾਂ ਤੱਤਾਂ ਦਾ ਜਿਹੜਾ ਚਮਤਕਾਰ ਹੈਗਾ। ਬਿਨ ਗੋਬਿੰਦ ਨਾ ਦਿਸੈ ਕੋਈ, ਕਰਨ ਕਰਾਵਨ ਕਰਤਾ ਸੋਈ। ਉਹੀ ਮਾਲਕ ਪਰਮਾਤਮਾ ਕਰਨ ਵਾਲਾ, ਕਰਾਉਣ ਵਾਲਾ ਹੈਗਾ। ਕਰਤਾ ਉਹੀ ਹੈਗਾ ਭਾਈ। ਤੂੰ ਜਿਹੜਾ ਹੈਗਾ ਝੂਠਾ ਕਰਤਾ ਬਣਿਆ ਹੋਇਆ ਹੈ, ਫਾਲਸ ਕਰਤਾ ਹੈ। ਇਹੀ ਤੇਰੀ ਹਉਮੈ ਹੈ, ਇਹੀ ਤੇਰੀ ਦੂਰੀ ਹੈ, ਇਹੀ ਕੰਧ ਹੈਗੀ ਮਾਲਕ ਔਰ ਤੇਰੇ ਵਿੱਚ। ਇਸ ਕਰਕੇ ਤੈਨੂੰ ਆਤਮਾ ਨਜ਼ਰ ਨਹੀਂ ਆਉਂਦੀ। ਬਿਨ ਗੋਬਿੰਦ ਨਾ ਦਿਸੈ ਕੋਈ, ਕਰਨ ਕਰਾਵਨ ਕਰਤਾ ਸੋਈ ਰਹਾਓ। ਮਨੈ ਕਮਾਵੈ ਮੁਖੇ ਹਰ ਹਰ ਬੋਲੈ। ਮਨ ਦੇ ਨਾਲ ਜਿਹੜਾ, ਮਨ ਦੇ ਨਾਲ ਵੀ ਧਿਆਨ ਸਿਮਰਨ ਕਰਦਾ ਹੈ ਤੇ ਮੁਖ ਦੇ ਨਾਲ ਵੀ ਬੋਲਦਾ ਹੈ। ਉਹਦੀ ਗਿਆਨ ਇੰਦਰੀਆਂ, ਕਰਮ ਇੰਦਰੀਆਂ ਸਹਾਇਕ ਹੋ ਜਾਂਦੀਆਂ। ਸੋ ਜਨ ਇਤ ਉਤ ਕਤੈ ਨਾ ਡੋਲੈ। ਉਹ
ਲੋਕ ਪਰਲੋਕ ਦੇ ਵਿੱਚ ਕਿਤੇ ਵੀ ਢੋਲਦਾ ਨਹੀਂ ਹੈ, ਇੱਧਰ ਉੱਧਰ ਠੇਡੇ ਨਹੀਂ ਖਾਂਦਾ। ਜਾਂ ਕਿ ਹਰ ਤਨ ਸੋ ਸੱਚ ਸ਼ਾਹ, ਜਿਹਦੇ ਕੋਲ ਪਰਮੇਸ਼ਰ ਦੇ ਨਾਮ ਦਾ ਧਨ ਹੈ ਉਹੀ ਅਸਲੀ ਸਾਹੂਕਾਰ ਹੈ। ਗੁਰੇ ਪੂਰੇ ਕਰ ਦੀਨੋ ਵਿਸਾ, ਔਰ ਗੁਰੂ ਨੇ ਨਾਮ ਦੇ ਉੱਤੇ ਇਤਬਾਰ ਵਿਸ਼ਵਾਸ ਗੁਰੂ ਨੇ ਦਵਾ ਦਿੱਤਾ, ਕਰ ਦਿੱਤਾ, ਤਾਂ ਜਿਹੜਾ ਹੈਗਾ ਨਾਮ ਅਭਿਆਸ ਹੋ ਸਕਦਾ ਹੈ। ਇਸ ਕਰਕੇ ਆਪਾਂ ਨੇ ਗੁਰੂ ਦੇ ਨਾਲ ਹਮੇਸ਼ਾ ਰਹਿਣਾ ਹੈ ਭਾਈ। ਦੋ ਹੀ ਕੰਮ ਕਰਨ ਵਾਲੇ ਆ ਭਾਈ, ਦੋ ਤੋਂ ਤੀਸਰਾ ਨਹੀਂ ਹੈ। ਗੁਰੂ ਗੋਬਿੰਦ ਸਿੰਘ ਜੀ ਜਿਹੜੇ ਹੈਗੇ ਉਹਨਾਂ ਨੇ ਆਹੀ ਦੋ ਕੰਮ ਕਹੇ ਸੀਗੇ। ਉਹਨਾਂ ਨੇ ਕਿਹਾ ਸੀਗਾ, ਜਾਣ ਲੱਗੇ ਵੀ ਸੰਗਤ ਜਿਹੜੀ ਬੇਬਲ ਹੋ ਗਈ ਸੀਗੀ ਤੇ ਕਹਿੰਦੇ ਬਈ ਅਸੀਂ ਜਿਹੜੇ ਹੈਗੇ ਆ, ਕਹਿੰਦੇ ਉਹਨਾਂ ਨੇ ਕਿਹਾ ਵੀ ਦੇਖੋ ਦੋ ਕੰਮ ਜਿਹੜੇ ਹੈਗੇ ਇਹ ਚੀਜ਼ ਨਾ ਭੁੱਲਿਓ। ਪਹਿਲਾ ਹੈਗਾ ਗੁਰੂ ਦੀ ਮੱਤ, ਗੁਰਮਤ। ਦੂਸਰਾ ਜਿਹੜਾ ਹੈਗਾ ਨਾਮ ਧਿਆਨ ਸਿਮਰਨ। ਇਹ ਦੋ ਕੰਮ ਨਹੀਂ ਭੁੱਲਣੇ ਪਾਏ। ਔਰ ਤੀਸਰਾ ਹੈਗਾ ਸ਼ਸਤਰ। ਸ਼ਸਤਰ ਜਿਹੜੇ ਹੈਗੇ ਆ ਇਹ ਜ਼ਰੂਰ, ਸ਼ਸਤਰ ਦੀ ਵਿੱਦਿਆ ਜ਼ਰੂਰ ਲਈ ਜਾਣੀ ਹੈ। ਕਹਿੰਦੇ ਕੋਈ ਵੀ ਦੁਨੀਆ ਦੀ ਕੋਈ ਤੁਹਾਨੂੰ ਜਿਹੜਾ ਗੁਲਾਮ ਨਹੀਂ ਕਰ ਸਕੇਗਾ। ਜਾਂ ਕੇ ਹਰ ਤਨ ਸੋ ਸੱਚ ਸ਼ਾਹ, ਗੁਰ ਪੂਰਾ ਕਰ ਦੀਨੋ ਵਿਸਾਹ। ਆਇਆ ਪੂਰੇ ਗੁਰੂ ਦਾ ਵਿਸਾਹ ਪਾਏ। ਜੀਵਨ ਪੁਰਖ ਮਿਲਿਆ ਹਰ ਰਾਇਆ, ਬਸ ਜੀਵਨ ਹੋ ਜਾਂਦਾ ਹੈ, ਆਤਮਿਕ ਜੀਵਨ, ਪਰਮਾਤਮਾ ਮਿਲ ਜਾਂਦਾ ਜਿਹਨੂੰ। ਕਹੋ ਨਾਨਕ ਪਰਮ ਪਦ ਪਾਇਆ, ਬਸ ਖੇਡ ਤੋਂ ਬਾਹਰ ਆ ਗਿਆ, ਪਰਮ ਪਦ ਚੌਥਾ ਪਦ ਆ ਗਿਆ, ਮਿਲ ਗਿਆ। ਘੋੜੀ ਮਹਲਾ ਪੰਜਵਾਂ। ਨਾਮ ਭਗਤ ਕੈ ਪ੍ਰਾਣ ਆਧਾਰ। ਭਗਤ ਜਿਹੜੇ ਹੈਗੇ ਉਹਨਾਂ ਦੇ ਕੋਲ ਕੀ ਹੁੰਦਾ ਹੈ? ਭਗਤ ਦੇ ਕੋਲ ਕੀ ਹੁੰਦਾ ਹੈ? ਭਗਤ ਦੇ ਕੋਲ ਨਾਮ ਦਾ ਆਸਰਾ ਹੈ ਪਾਏ, ਨਾਮ ਦਾ ਆਧਾਰ ਆ। ਨਾਮ ਦੇ ਆਧਾਰ ਦੇ ਨਾਲ ਜਿਹੜਾ ਹੈਗਾ ਭਗਤ ਜਿਹੜਾ ਹੈਗਾ ਬਿਲਕੁਲ ਬੇਫਿਕਰ ਹੈਗਾ, ਕਿਉਂਕਿ ਮਾਲਕ ਪਰਮਾਤਮਾ ਉਹਦੇ ਅੰਗ ਸੰਗ ਹੈਗਾ। ਨਾਮ ਭਗਤ ਕੈ ਪ੍ਰਾਣ ਆਧਾਰ, ਨਾਮੋ ਤਨ ਨਾਮੋ ਵਿਵਹਾਰ। ਨਾਮ ਹੀ ਧਾਨਿਆ ਉਹਦੇ ਕੋਲ, ਨਾਮ ਦੇ ਨਾਲ ਹੀ ਵਿਵਹਾਰ ਹੈ ਉਹਦਾ। ਨਾਮ ਦੀ ਇਕੱਠੀ ਕਰੀ ਜਾਂਦਾ ਹੈ। ਨਾਮ ਵਡਾਈ ਜਨ ਸੋਭਾ ਪਾਏ। ਨਾਮ ਦੀ ਵਡਿਆਈ ਆ, ਲੋਕ ਪਰਲੋਕ ਦੇ ਵਿੱਚ ਸੋਭਾ ਹੋਣ ਲੱਗ ਜਾਂਦੀ ਹੈ। ਕਰ ਕਿਰਪਾ ਜਿਸ ਆਪ ਦਿਵਾਏ। ਨਾਮ ਮਿਲਦਾ ਕਿਵੇਂ ਹੈ? ਨਾਮ ਮਾਲਕ ਮਿਹਰ ਕਰਦਾ ਹੈ, ਦਿੰਦਾ, ਆਪ ਦਵਾਉਂਦਾ ਹੈ ਗੁਰੂ ਕੋਲੋਂ। ਆਪ ਦਿਵਾਏ ਲਿਖਿਆ, ਆਪ ਦੇ ਨਹੀਂ ਲਿਖਿਆ, ਦਿਵਾਏ। ਕਰ ਕਿਰਪਾ ਕਰਕੇ। ਕਿਰਪਾ ਕਿਤੇ ਕਰਦਾ ਹੈ? ਜਿਹੜਾ ਮੰਗਦਾ ਹੈ ਨਾਮ ਉਸ ਤੇ ਕਿਰਪਾ ਕਰਦਾ ਹੈ। ਕਰ ਕਿਰਪਾ ਜਿਸ ਆਪ ਦਿਵਾਏ ਰਹਾਓ। ਨਾਮ ਭਗਤ ਕੈ ਸੁਖ ਅਸਥਾਨ। ਭਗਤ ਦੇ ਕੋਲ ਕੀ ਹੈ? ਨਾਮ ਹੀ ਹੈ ਪਰਮੇਸ਼ਰ ਦਾ ਸੁਖ ਦਾ ਅਸਥਾਨ। ਸਾਰੇ ਜਿਹੜੇ ਹੈਗੇ ਉਹਦੀਆਂ ਮਨ ਦੀਆਂ ਜਿਹੜੀਆਂ ਹੈਗੀਆਂ ਤਰੰਗਾਂ ਜਿਹੜੀਆਂ ਹੈਗੀਆਂ, ਲਹਿਰਾਂ ਜਿਹੜੀਆਂ ਹੈਗੀਆਂ ਇਹਦੇ ਨਾਲ ਸ਼ਾਂਤ ਹੋ ਜਾਂਦੀਆਂ। ਨਾਮ ਭਗਤ ਕੇ ਸੁਖ ਅਸਥਾਨ, ਨਾਮ ਰਤ ਸੋ ਭਗਤ ਪਰਵਾਨ। ਜਿਹੜਾ ਨਾਮ ਦੇ ਵਿੱਚ ਰਤਿਆ ਗਿਆ ਪਾਏ, ਜਿਹਨੇ ਆਪਣੇ ਜਿਹੜੇ ਹੈਗੇ ਵਿਚਾਰ ਬੰਦ ਕਰ ਲਏ, ਪਰਵਾਨ ਹੋ ਜਾਂਦਾ ਹੈ। ਹਰ ਕਾ ਨਾਮ ਜਨ ਕੋ ਧਾਰ ਹੈ। ਹਰ ਕਾ ਨਾਮ ਜਨ ਕੋ ਧਾਰ ਹੈ। ਕਹਿੰਦੇ ਪਰਮੇਸ਼ਰ ਦਾ ਨਾਮ ਹੀ ਹੈ ਭਾਈ ਜਿਹੜਾ ਤੇਰੇ ਜੀਵਨ ਦੇ ਵਿੱਚ ਤੈਨੂੰ ਸਪੋਰਟ ਕਰ ਸਕਦਾ ਹੈ, ਇਹ ਮਾਇਆ ਤੋਂ ਬਚਾ ਸਕਦਾ ਹੈ। ਹਰ ਕਾ ਨਾਮ, ਨਹੀਂ ਤਾਂ ਤੂੰ ਜਿਹੜਾ ਹੈਗਾ ਇਹ ਤੁੱਤਰ ਸੰਸਾਰ ਦੇ ਵਿੱਚ, ਇਸੇ ਦੇ ਵਿੱਚ ਜਿਹੜਾ ਹੈ ਗੋਤੇ ਖਾ ਕੇ ਜਨਮ ਤੇਰਾ ਗਵਾ ਲੇਗਾ। ਹਰ ਕਾ ਨਾਮ ਜਨ ਕੋ ਧਾਰਾ ਹੈ। ਇਹ ਸੰਸਾਰ ਤੋਂ, ਮਾਇਆ ਦੇ ਵਿਸ਼ੇ ਵਿਕਾਰਾਂ ਤੋਂ ਉੱਪਰ ਚੱਕ ਦਿੰਦਾ ਹੈ। ਹਰ ਕਾ ਨਾਮ ਜਨ ਕੋ ਧਾਰਾ ਹੈ, ਸਾਸ ਸਾਸ ਜਨ ਨਾਮ ਸਮਾਰ ਹੈ। ਜਿਹੜੇ ਵੀ ਸਵਾਸ ਦਿੱਤੇ ਆ ਮਾਲਕ ਪਰਮਾਤਮਾ ਨੇ, ਪਰਮੇਸ਼ਰ ਦਾ ਨਾਮ ਹੀ ਸਮਾਰਨਾ ਹੈ। ਕਹੋ ਨਾਨਕ ਜਿਸ ਪੂਰਾ ਭਾਗ, ਨਾਮ ਸੰਗ ਤਾਂ ਕਾ ਮਨ ਲਾਗ। ਜਿਹਦੇ ਪੂਰੇ ਭਾਗ ਜਾਗ ਜਾਂਦੇ ਆ ਪਾਏ, ਪੂਰੀ ਕਿਸਮਤ ਚਮਕ ਜਾਂਦੀ ਆ, ਨਾਮ ਦੇ ਨਾਲ ਉਹਦਾ ਮਨ ਲੱਗ ਜਾਂਦਾ ਹੈ। ਗੌੜੀ ਮਹਲਾ ਪੰਜਵਾਂ। ਸੰਤ ਪ੍ਰਸਾਦ ਹਰ ਨਾਮ ਧਿਆਇਆ। ਦੇਖੋ ਜਿਹੜਾ ਵੀ ਸ਼ਬਦ ਆ ਰਿਹਾ ਇੱਕੋ ਹੀ ਗੱਲ ਹੋ ਰਹੀ ਹੈ।
ਗੁਰੂ ਦੇ ਪ੍ਰਸਾਦ ਦੇ ਨਾਲ ਪਰਮੇਸ਼ਰ ਦਾ ਨਾਮ ਤੇ ਆਉਣਾ। ਜੋ ਗੁਰੂ ਗੋਬਿੰਦ ਸਿੰਘ ਕਹਿ ਕੇ ਗਏ ਉਹੀ ਦੀ ਉਹੀ ਗੱਲ ਬਾਣੀ ਕਹੀ ਜਾ ਰਹੀ ਹੈ ਬਾਰ-ਬਾਰ। ਗਿਆਨ, ਸੰਤ ਪ੍ਰਸਾਦ ਗਿਆਨ ਹੋ ਗਿਆ ਤੇ ਹਰ ਨਾਮ ਤੇ ਆਇਆ, ਨਾਮ ਹੋ ਗਿਆ। ਗੌੜੀ ਮਹੱਲਾ ਪੰਜਵਾਂ, ਸੰਤ ਪ੍ਰਸਾਦ ਹਰ ਨਾਮ ਤੇ ਆਇਆ, ਤਬ ਤੇ ਧਾਵਤ ਮਨ ਤ੍ਰਿਪਤਾਇਆ। ਬਸ ਜਦ ਦਾ ਆ ਕਾਰਵਾਈ ਸ਼ੁਰੂ ਕਰ ਦਿੱਤੀ, ਮਨ ਜਿਹੜਾ ਹੈਗਾ ਕਦੀ ਵੀ ਨਹੀਂ ਟਿਕਦਾ ਸੀਗਾ, ਸਭ ਤੋਂ ਤੇਜ਼ ਦੌੜਨ ਵਾਲਾ, ਕਹਿੰਦੇ ਤ੍ਰਿਪਤ ਹੋ ਗਿਆ, ਟਿਕ ਗਿਆ, ਸੁਖੀ ਹੋ ਗਿਆ। ਦੌੜਦਾ ਕਿਉਂ ਸੀਗਾ? ਸਵਾਦ ਚਾਹੀਦੇ ਸੀ ਇੱਧਰ ਉੱਧਰ ਮਾਇਆ ਦੇ, ਔਰ ਸਵਾਦਾਂ ਦੇ ਨਾਲ ਜਿਹੜਾ ਤ੍ਰਿਪਤੀ ਆਉਂਦੀ ਨਹੀਂ ਸੀਗੀ, ਇਸ ਕਰਕੇ ਤ੍ਰਿਪਤ ਨਹੀਂ ਹੁੰਦਾ, ਟਿਕਦਾ ਨਹੀਂ ਸੀਗਾ। ਸੰਤ ਪ੍ਰਸਾਦ ਹਰ ਨਾਮ ਤੇ ਆਇਆ, ਤਬ ਤੇ ਧਾਵਤ ਮਨ ਤ੍ਰਿਪਤਾਇਆ। ਸੁਖ ਵਿਸਰਾਮ ਪਾਇਆ ਗੁਣ ਗਾਏ, ਕਹਿੰਦੇ ਵਿਸ਼ਰਾਮ ਪਾ ਲਿਆ ਭਾਈ, ਸੁਖੀ ਹੋ ਗਿਆ ਉਹ ਇਹ ਗੁਣ ਗਾਉਣ ਦੇ ਨਾਲ, ਧਿਆਨ ਸਿਮਰਨ ਦੇ ਨਾਲ। ਸ਼ਰਮ ਮਿਟਿਆ ਮੇਰੀ ਹਤੀ ਬਲਾਏ। ਹੁਣ ਇਹ ਪੋਇਟਰੀ ਕਿਵੇਂ ਬਣੇਗੀ? ਜੇ ਉੱਪਰ ਦੇਖੋ ਸੰਤ ਪ੍ਰਸਾਦ ਹਰ ਨਾਮ ਤੇ ਆਇਆ, ਤਬ ਤੇ ਧਾਵਤ ਮਨ ਤ੍ਰਿਪਤਾਇਆ, ਸੁਖ ਵਿਸਰਾਮ ਪਾਇਆ। ਹੁਣ ਇੱਥੇ ਫਿਰ ਹਰ ਨਾਮ ਲਿਖ ਦੋ, ਫਿਰ ਕਿਸ ਤਰ੍ਹਾਂ ਜਿਹੜਾ ਹੈਗੇ ਇਹਦੇ ਵਿੱਚ ਜਿਹੜੀ ਹੈਗੀ ਇਹ ਇੱਕੋ ਹੀ ਗੱਲ ਨੂੰ ਕਿਸ ਤਰ੍ਹਾਂ ਦੇਖੋ ਕਿੰਨੀ ਕਲਾਕਾਰੀ ਹੈਗੀ ਵੀ ਇੱਕ ਗੱਲ ਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਜਿਹੜਾ ਹੈਗਾ, ਔਰ ਉਹ ਵੀ ਗੀਤਾਂ ਦੇ ਵਿੱਚ ਜਿਹੜਾ ਹੈਗਾ, ਇਹਦੇ ਵਿੱਚ ਸ਼ਬਦਾਂ ਦੇ ਵਿੱਚ ਜਿਹੜਾ ਹੈਗਾ, ਗੀਤਾਂ ਦੇ ਵਿੱਚ ਉਹਨੂੰ ਪਰੋ ਕੇ ਕਿਸ ਤਰੀਕੇ ਦੇ ਨਾਲ, ਜਿਵੇਂ ਇੰਨੇ ਕੀਮਤੀ ਔਰ ਜਿਵੇਂ ਗਹਿਣੇ ਜਿਹੜੇ ਆ ਨਗ ਜੜ ਦਈਦੇ ਆ, ਇਵੇਂ ਜੜੇ ਪਏ। ਸੰਤ ਪ੍ਰਸਾਦ ਹਰ ਨਾਮ ਤੇ ਆਇਆ, ਤਬ ਤੇ ਧਾਵਤ ਮਨ ਤ੍ਰਿਪਤਾਇਆ, ਸੁਖ ਵਿਸਰਾਮ ਪਾਇਆ ਗੁਣ ਗਾਏ। ਸ਼ਰਮ ਮਿਟਿਆ ਮੇਰੀ ਹਤੀ ਬਲਾਏ, ਕਹਿੰਦੇ ਦੇਖ ਲਓ ਸ਼ਰਮ ਮਿਟ ਗਿਆ। ਕਹਿੰਦੇ ਨਹੀਂ ਤਾਂ ਮਾਇਆ ਦੇ ਵਿੱਚ ਹੀ ਜਿਹੜਾ 24/7 ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ ਬਸ ਮਾਇਆ ਦੇ ਵਿੱਚ ਕਮਲਾ ਹੋਇਆ ਰਹਿੰਦਾ ਹੈ। ਕਹਿੰਦੇ ਉਹ ਮਿਟ ਗਿਆ ਭਾਈ, ਬਲਾ ਚਿੰਬੜੀ ਹੋਈ ਸੀ ਮੈਨੂੰ, ਪਰੇ ਹੋ ਗਈ ਮੇਰੀ, ਪਾਸੇ ਹੋ ਗਈ ਮਾਇਆ, ਐਵੇਂ ਜਿਹੜੀ ਹੈ ਚਿੰਬੜ ਕੇ ਮੈਨੂੰ ਜਿਹੜਾ ਹੈਗਾ ਮੇਰੇ ਤੋਂ ਬੇਗਾਰ ਕਰਾਈ ਜਾ ਰਹੀ ਸੀ। ਮਿਲਣਾ ਮੁਲਣਾ ਕੁਛ ਵੀ ਨਹੀਂ ਹੈ, ਬਾਕੀ ਜੋ ਕੁਛ ਵੀ ਕਮਾਈ ਕੀਤੀ ਹੈ ਬੈਂਕ ਦੇ ਵਿੱਚ ਰਹਿ ਜੂਗੀ, ਜਾਂ ਘਰ ਦੇ ਵਿੱਚ, ਘਰ ਦੇ ਮਕਾਨ ਮਕੂਨ ਇੱਥੇ ਹੀ ਰਹਿ ਜਾਣੇ ਸਾਰੇ, ਔਰ ਮਰਨ ਤੋਂ ਪਹਿਲਾਂ ਹੀ ਜਿਹੜਾ ਹੈਗਾ ਉਹ ਕਬਜ਼ਾ ਕਰ ਲੈਣਾ ਹੈ। ਪਹਿਲਾਂ ਹੀ ਜਿਹੜੇ ਹੈਗੇ ਅੰਗੂਠੇ ਲਗਵਾ ਦਿੰਦੇ, ਪਹਿਲਾਂ ਹੀ ਜਿਹੜਾ ਝਗੜਾ ਸ਼ੁਰੂ ਹੋ ਜਾਂਦਾ ਹੈ ਜਦ ਜਿਹੜਾ ਹੈਗਾ ਮਰਨ ਦੇ ਬੈੱਡ ਤੇ ਹੁੰਦਾ ਇਨਸਾਨ। ਸੁਖ ਵਿਸਰਾਮ ਪਾਇਆ ਗੁਣ ਗਾਏ, ਸ਼ਰਮ ਮਿਟਿਆ ਮੇਰੀ ਹਤੀ ਬਲਾਏ ਰਹਾਓ। ਆਪਾਂ ਤਾਂ ਬੇਗਾਰੀ ਕਰਦੇ ਹਾਂ, ਬੇਗਾਰੀ ਕਰਕੇ ਜਿਹੜੇ ਹੈਗੇ ਔਰ ਉਹ ਯੂਜ਼ ਵੀ ਨਹੀਂ ਕਰ ਪਾਉਂਦੇ। ਪਹਿਲਾਂ ਬਚਪਨ ਪੜ੍ਹਾਈ 'ਚ ਲੰਘ ਜਾਂਦਾ ਹੈ ਜਿਹੜਾ ਹੈਗਾ, ਬਾਅਦ ਵਿੱਚ ਜਵਾਨੀ ਜਿਹੜੀ ਹੈ ਕਮਾਈ 'ਚ ਲੰਘ ਜਾਂਦੀ ਹੈ, ਔਰ ਜਿਹੜਾ ਹੈਗਾ ਬਾਅਦ ਵਿੱਚ ਬੁਢਾਪਾ ਜਿਹੜਾ ਹੈਗਾ ਉਹ ਕਮਾਈ ਜਿਹੜੀ ਹੈ ਬਿਮਾਰੀਆਂ 'ਤੇ ਡਾਕਟਰਾਂ ਨੂੰ ਦੇਣ ਦੇ ਉਸ 'ਤੇ ਲੰਘ ਜਾਂਦੀ ਹੈ। ਉਹ ਯੂਜ਼ ਕਰ ਨਹੀਂ ਪਾਉਂਦਾ ਉਹਨੂੰ ਜਿਹੜਾ ਹੈਗਾ, ਕਿਉਂਕਿ ਜਿਹੜਾ ਹੈਗਾ ਫਿਰ ਇੰਦਰੀਆਂ ਕੰਮ ਨਹੀਂ ਕਰਦੀਆਂ, ਅੰਗ ਜਿਹੜੇ ਹੈਗੇ ਕੰਮ ਨਹੀਂ ਕਰਦੇ, ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਫਲਾਨਾ ਅਤੇ ਟਿਮਕਾ। ਐਸੇ ਤਰੀਕੇ ਦੇ ਨਾਲ ਇਨਸਾਨ ਦੇਖ ਲਓ ਸ਼ਰਮ ਕਰੀ ਜਾਂਦਾ ਹੈ, ਇਹ ਸ਼ਰਮ ਮਿਟ ਜਾਂਦਾ ਹੈ ਭਾਈ। ਮਾਇਆ ਜਿਹੜੀ ਇਸ ਤਰ੍ਹਾਂ ਇਹ ਚਿੰਬੜੀ ਹੋਈ ਹੈ, ਇਹ ਪਾਸੇ ਹੋ ਜਾਂਦੀ ਹੈ। ਸੁਖ ਵਿਸਰਾਮ ਪਾਇਆ ਗੁਣ ਗਾਏ, ਸ਼ਰਮ ਮਿਟਿਆ ਮੇਰੀ ਹਤੀ ਬਲਾਏ ਰਹਾਓ। ਬਿਲਕੁਲ ਆਪਾਂ ਜਿਹੜਾ ਹੈਗਾ ਨਿਸ਼ਪਕਸ਼ ਆਪਣੇ ਨਾਲ ਜਿਹੜਾ ਹੈਗਾ, ਆਪਣੇ ਨਾਲ ਜਿਹੜਾ ਹੈਗਾ ਆਪਾਂ ਧੋਖਾ ਨਾ ਕਰੀਏ, ਸੋਚੀਏ ਆਪਣੇ ਜੀਵਨ ਨੂੰ। ਬਿਲਕੁਲ ਜਿਹੜਾ ਹੈਗਾ ਆਪਾਂ ਨੂੰ ਉਹ ਇਹ ਬਾਣੀ ਪੂਰੀ ਦੀ ਪੂਰੀ ਜਿਹੜੀ ਹੈਗੀ 100% ਜਿਹੜੀ ਹੈਗੀ ਆਪਾਂ ਨੂੰ ਜਿਹੜਾ ਹੈਗਾ ਆਇਨਾ ਦਿਖਾ ਦੇਗੀ। ਰਹਾਓ ਚਰਨ ਕਮਲ ਆਰਾਧ ਭਗਵੰਤਾ, ਕਹਿੰਦੇ ਹੁਣ ਇੱਥੇ ਚਰਨ ਕਮਲ ਲਿਖ ਦਿੱਤੇ, ਉਹੀ ਸ਼ਬਦ ਹੈਗਾ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਜਨ ਨਾਨਕ ਬਾਂਧਿਓ ਪਾਲ। ਕਹਿੰਦੇ ਮੈਂ ਤਾਂ ਕੁੱਟ ਕੇ ਪੱਲੇ ਬੰਨਿਆ ਹੋਇਆ ਇਹ ਚਰਨ ਕਮਲ, ਇਹ ਸ਼ਬਦ, ਇਹ ਧਿਆਨ ਸਿਮਰਨ, ਇਹ ਨਾਮ। ਚਰਨ ਕਮਲ ਆਰਾਧ ਭਗਵੰਤਾ, ਉਸ ਭਗਵਾਨ ਦਾ, ਪਰਮਾਤਮਾ ਦਾ ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ। ਲਓ ਦੇਖੋ ਇੱਥੇ ਸਿਮਰਨ ਆ ਗਿਆ। ਆਰਾਧਨਾ ਵੀ ਸਿਮਰਨ ਨੂੰ ਕਹਿੰਦੇ ਆ। ਆਰਾਧਨਾ ਆਰਾਧਨੀਕਾ ਹਰ ਹਰ ਨਾਮ ਆਰਾਧਨਾ। ਚਰਨ ਕਮਲ ਆਰਾਧ ਭਗਵੰਤਾ, ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ। ਚਰਨ ਕਮਲ ਆਰਾਧਨ ਦੇ ਨਾਲ ਕੀ ਹੋ ਗਿਆ? ਚਿੰਤਾ ਮਿਟ ਗਈ। ਸਭ ਤਜ ਅਨਾਥ ਏਕ ਸਰਣ ਆਇਓ,
ਸਾਰਾ ਕੁਛ ਤਜ ਕੇ ਕਹਿੰਦੇ ਬਸ ਦੇਖੋ ਇੱਥੇ ਲਿਖਿਆ, ਦੇਖੋ ਕੀ ਕਹਿੰਦੇ, ਸਭ ਤਜ ਅਨਾਥ। ਮਹਾਰਾਜ ਪੰਜਵੀਂ ਪਾਤਸ਼ਾਹੀ ਕਹਿ ਰਹੀ ਹੈ, ਜਦ ਮੈਂ ਸਾਰੇ ਆਸਰੇ ਛੱਡ ਦਿੱਤੇ, ਅਨਾਥ ਹੋ ਗਿਆ ਵੀ ਮੈਂ ਕੁਛ ਨਹੀਂ ਹੈਗਾ, ਮੈਂ ਨਹੀਂ ਕੁਛ ਕਰ ਸਕਦਾ, ਮੈਨੂੰ ਤੇਰੀ ਮਦਦ ਚਾਹੀਦੀ ਹੈ ਬਾਪੂ, ਤੂੰ ਆ, ਤੂੰ ਕਰਾ। ਸਭ ਤਜ ਅਨਾਥ ਏਕ ਸਰਣ ਆਇਓ ਊਚ ਅਸਥਾਨ ਤਬ ਸਹਿਜੇ ਪਾਇਓ। ਕਹਿੰਦੇ ਸਹਿਜ ਦੇ ਨਾਲ ਹੀ ਮਾਲਕ ਨੇ ਉੱਚਾ ਸਥਾਨ ਦੇ ਦਿੱਤਾ। ਮਾਲਕ ਸਮਰੱਥ ਹੈਗਾ, ਆਪਾਂ ਉਹ ਕਹਿੰਦੀ ਨਹੀਂ ਹੈ ਉਹਨੂੰ ਵੀ ਬਾਪੂ ਮੇਰੇ ਕੋਲੋਂ ਨਹੀਂ ਹੈ, ਇਹ ਮਾਇਆ ਪਾਸੇ ਹੁੰਦੀ, ਤੂੰ ਆ। ਸਭ ਤਜ ਅਨਾਥ ਏਕ ਸਰਣ ਆਇਓ ਊਚ ਅਸਥਾਨ ਤਬ ਸਹਿਜੇ ਪਾਇਓ। ਦੁੱਖ ਦਰਦ ਭ੍ਰਮ ਭਉ ਨਸਿਆ। ਦੇਖ ਲਓ, ਸਾਰਾ ਦੁੱਖ ਦਰਦ ਭਰਮ ਧੋਖਾ ਟਰੈਪ ਡਰ ਨਸ ਗਿਆ ਮਾਇਆ ਦਾ। ਕਰਨਹਾਰ ਨਾਨਕ ਮਨੇ ਵਸਿਆ। ਔਰ ਉਹ ਕਰਨਹਾਰ ਮਾਲਕ ਪਰਮਾਤਮਾ ਮਨ ਦੇ ਵਿੱਚ ਵਸ ਗਿਆ, ਕਿਉਂਕਿ ਮਾਲਕ ਤੋਂ ਇਲਾਵਾ ਹੋਰ ਕੋਈ ਹੈ ਹੀ ਨਹੀਂ, ਫਿਰ ਡਰ ਕਾਹਦਾ ਹੈਗਾ। ਗੌੜੀ ਮਹੱਲਾ ਪੰਜਵਾਂ। ਕਰ ਕਰ ਟਹਿਲ ਰਸਨਾ ਗੁਣ ਗਾਵੋਂ ਚਰਨ ਠਾਕੁਰ ਕੇ ਮਾਰਗ ਧਾਵੋਂ। ਦੇਖ ਲਓ, ਗਿਆਨ ਇੰਦਰੀਆਂ ਕਰਮ ਇੰਦਰੀਆਂ ਵੀ ਲੱਗ ਗਈਆਂ। ਕਹਿੰਦੇ ਹੱਥਾਂ ਦੇ ਨਾਲ ਟਹਿਲ ਕਰਾਂ ਸਾਧੂਆਂ ਦੀ, ਰਸਨਾ ਦੇ ਨਾਲ ਗੁਣ ਗਾਵਾਂ, ਨਾਮ ਅਭਿਆਸ, ਚਰਨ ਠਾਕੁਰ ਮਾਰਗ ਧਾਵੋਂ, ਔਰ ਪੈਰਾਂ ਦੇ ਨਾਲ ਮਾਲਕ ਦੇ ਰਸਤੇ ਤੇ ਜਿਹੜਾ ਹੈਗਾ ਦੌੜਾਂ। ਕਿਵੇਂ? ਭਲੋ ਸਮੋ ਸਿਮਰਨ ਕੀ ਬਰੀਆ। ਕਹਿੰਦੇ ਭਲਾ ਸਮਾਂ ਸਿਮਰਨ ਦਾ ਟਾਈਮ ਮੈਨੂੰ ਮਿਲ ਗਿਆ, ਮਾਲਕ ਪਰਮਾਤਮਾ ਨੇ। ਸਿਮਰਤ ਨਾਮ ਭੈ ਪਾਰ ਉਤਰਿਆ ਰਹਾਓ। ਨਾਮ ਸਿਮਰਨ ਦੇ ਨਾਲ ਸੰਸਾਰ ਸਮੁੰਦਰ ਤੋਂ, ਭੈ ਦੇ ਦੁੱਤਰ ਨਹੀਂ ਤਰਿਆ ਜਾਣ ਵਾਲੇ ਤੋਂ, ਸਾਗਰ ਤੋਂ ਪਾਰ ਉਤਰ ਗਿਆ। ਇਸ ਤਰੀਕੇ ਦੇ ਨਾਲ ਜਦ ਇਨਸਾਨ ਜਿਹੜਾ ਹੈਗਾ ਨਾਮ ਅਭਿਆਸ ਕਰਦਾ ਹੈ, ਅੰਦਰ ਵੜਦਾ ਹੈ, ਆਪਣੇ ਆਪ ਗਿਆਨ ਇੰਦਰੀਆਂ ਕਰਮ ਇੰਦਰੀਆਂ ਜਿਹੜੀਆਂ ਹੈਗੀਆਂ ਅੜਵੈਂਗ ਜਿਹੜੀਆਂ ਹੈਗੀਆਂ ਮਾੜੇ ਪਾਸੇ ਲੈ ਕੇ ਜਾਂਦੀਆਂ ਸੀਗੀਆਂ, ਉਹ ਸਹਾਇਤਾ ਕਰਨ ਲੱਗ ਜਾਂਦੀਆਂ। ਰਹਾਓ ਨੇਤਰ ਸੰਤਨ ਕਾ ਦਰਸ਼ਨ ਪੇਖ। ਔਰ ਫਿਰ ਅੱਖਾਂ ਜਿਹੜੀਆਂ ਹੈਗੀਆਂ ਕੀ ਕਰਦੀਆਂ? ਸੰਤਾਂ ਦੇ ਦਰਸ਼ਨ ਦੇਖਦੀਆਂ। ਪ੍ਰਭ ਅਨਾਸੀ ਮਨ ਮੈਂ ਲੇਖ। ਔਰ ਪਰਮਾਤਮਾ ਜਿਹੜਾ ਅਬਨਾਸੀ ਹੈਗਾ, ਇਸ ਤਰੀਕੇ ਦੇ ਨਾਲ ਧਿਆਨ ਸਿਮਰਨ ਦੇ ਦੁਆਰਾ, ਉਹਦਾ ਨਾਮ ਅਭਿਆਸ ਦੇ ਦੁਆਰਾ ਮਨ ਦੇ ਉੱਤੇ ਜਿਹੜਾ ਹੈਗਾ ਉਗੜ ਜਾਂਦਾ ਹੈ। ਨਾਮ ਦੇ ਸੰਸਕਾਰ ਮਨ 'ਤੇ ਆ ਜਾਂਦੇ ਆ। ਪ੍ਰਭ ਅਬਨਾਸੀ ਮਨ ਮੈਂ ਲੇਖ, ਪਰਮਾਤਮਾ ਦੇ ਨਾਲ ਜਿਹੜੀ ਹੈਗੀ ਆ ਲਿਵ ਲੱਗ ਜਾਂਦੀ ਹੈ। ਇਹ ਰਤਿਆ ਜਾਂਦਾ ਇਨਸਾਨ ਮਾਲਕ ਪਰਮਾਤਮਾ ਦੇ ਵਿੱਚ। ਸੁਣ ਕੀਰਤਨ ਸਾਧ ਪੈ ਜਾਏ। ਆਹੀ ਕੀਰਤਨ ਹੈ ਭਾਈ। ਅਖੰਡ ਕੀਰਤਨ ਤਿਨ ਭੋਜਨ ਚੂਰਾ, ਕਹੋ ਨਾਨਕ ਜਿਸ ਸਤਿਗੁਰ ਪੂਰਾ। ਗੁਰੇ ਸੁਭ ਦ੍ਰਿਸ਼ਟ ਸਭ ਉਪਰੇ ਕਰੀ, ਜਿਸ ਕੇ ਹਿਰਦੇ ਮੰਤਰ ਦੇ ਹਰੀ। ਅਖੰਡ ਕੀਰਤਨ ਤਿਨ ਭੋਜਨ ਚੂਰਾ, ਕਹੋ ਨਾਨਕ ਜਿਸ ਸਤਿਗੁਰ ਪੂਰਾ। ਅਖੰਡ ਕੀਰਤਨ ਤਿਸ ਭੋਜਨ ਚੂਰਾ, ਕਹੋ ਨਾਨਕ ਜਿਸ ਸਤਿਗੁਰ ਪੂਰਾ। ਆਇਆ ਕੀਰਤਨ ਪਾਏ। ਇਹ ਸੁਣ ਕੀਰਤਨ ਸਾਧ ਪੈ ਜਾਏ। ਕਹਿੰਦੇ ਸਾਧ ਗੁਰੂ ਦੇ ਕੋਲ ਜਾ ਕੇ ਕੀ ਕਰਨਾ ਹੈ? ਆਹੀ ਕੀਰਤਨ ਅੰਦਰ ਜਿਹੜਾ ਹੈਗਾ ਅਨੰਤ ਸ਼ਬਦ ਸੁਣਨਾ ਹੈ ਭਾਈ, ਮਾਲਕ ਦੇ ਦਰ 'ਤੇ ਜੋ ਹੋ ਰਿਹਾ। ਜਨਮ ਮਰਨ ਕੀ ਤਰਾਸ ਮਿਟਾਏ। ਜਨਮਾਂ ਜਨਮਾਂ ਦੀ ਤੇਰੀ ਜਿਹੜੀ ਹੈਗੀ ਤਰਾਸ ਜਿਹੜੀ ਹੈਗੀ ਆ ਮਿਟ ਜਾਏਗੀ ਭਾਈ। ਜਨਮਾਂ ਜਨਮਾਂ ਦਾ ਦੇਖੋ, ਜਨਮ ਬਾਰ ਜਨਮ ਦਾ ਮਰਨ ਦਾ ਆਹੀ ਸਿਲਸਿਲਾ, ਆਹੀ ਤ੍ਰਿਸ਼ਨਾ, ਆਹੀ ਸਾਰਾ ਕੁਛ। ਚਰਨ ਕਮਲ ਠਾਕੁਰ ਉਰ ਤਾਰ। ਸ਼ਬਦ ਰੂਪੀ ਚਰਨ ਜਿਹੜੇ ਹਿਰਦੇ ਤੇ ਉਰ ਦੇ ਵਿੱਚ ਲੈ ਕੇ ਜਾਣੇ। ਚਰਨ ਕਮਲ ਠਾਕੁਰ ਉਰ ਤਾਰ। ਔਰ ਕਿਵੇਂ ਜਾਣਗੇ ਚਰਨ ਕਮਲ ਉਰ ਦੇ ਵਿੱਚ? ਇਹਨਾਂ ਨੇ ਜਾਣਾ ਹੈ ਜਪ ਜਪ ਕੇ। ਜਪ ਹਰ ਹਰ, ਜਪ ਹਰ 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 ਉਰ ਧਾਰੀ। ਜਪ ਕੇ ਹੀ ਜਾਣਾ ਇਹਨੇ। ਇਹ ਸਿਮਰਨ ਸਮਰਨ ਕਰਨ ਦੇ ਨਾਲ ਹੀ ਇਹਨੇ ਉਰ ਦੇ ਵਿੱਚ ਚਲੇ ਜਾਣਾ ਹੈ। ਚਰਨ ਕਮਲ ਠਾਕੁਰ ਉਰ ਧਾਰੀ, ਦੁਰਲਭ ਦੇ ਨਾਨਕ ਚਰਨ ਕਮਲ ਠਾਕੁਰ ਉਰ ਧਾਰ। ਕਹਿੰਦੇ ਇਸ ਤਰੀਕੇ ਦੇ ਨਾਲ ਸ਼ਬਦ ਰੂਪੀ ਚਰਨ ਠਾਕੁਰ ਦੇ ਪਰਮੇਸ਼ਰ ਦੇ ਉਰ ਦੇ ਵਿੱਚ ਲੈ ਕੇ ਜਾ। ਦੁਰਲਭ ਦੇ
ਇੰਨੀ ਦੁਰਲਭ ਤੈਨੂੰ ਮਨੁੱਖੀ ਦੇਹ ਮਿਲੀ ਹੋਈ ਆ। ਨਾਨਕ ਨਿਸਤਾਰ ਇਹਦੇ ਨਾਲ ਸੰਸਾਰ ਸਮੁੰਦਰ ਤੋਂ ਪਾਰ ਹੋ ਜਾ। ਗੌੜੀ ਮਹੱਲਾ ਪੰਜਵਾਂ। ਜਾ ਕੋ ਆਪਣੀ ਕਿਰਪਾ ਧਾਰੈ, ਸੋ ਜਨ ਰਸਨਾ ਨਾਮ ਉਚਾਰੈ। ਅਸੀਂ ਬਾਰ ਜਿਹੜੇ ਹੈਗੇ ਆਹ ਤੁਕ ਪੜ੍ਹਦੇ ਹੁੰਦੇ ਆ ਗਈ। ਜਾ ਕੋ ਆਪਣੀ ਕਿਰਪਾ ਧਾਰੈ, ਕਿਰਪਾ ਦੀ ਨਿਸ਼ਾਨੀ ਹੈ ਭਾਈ ਮਾਲਕ ਪਰਮਾਤਮਾ ਦੀ। ਜਾ ਕੋ ਆਪਣੀ ਕਿਰਪਾ ਧਾਰੈ, ਕੋਈ ਵੀ ਜਿਹੜਾ ਹੈਗਾ ਕਿਰਪਾ ਲੈ ਸਕਦਾ ਹੈ। ਸੋ ਜਨ ਰਸਨਾ ਨਾਮ ਉਚਾਰੈ, ਰਸਨਾ ਦੇ ਨਾਲ ਨਾਮ ਉਚਾਰੈ। ਹਰ ਬਿਸਰਤ ਸਹਿਸਾ ਦੁੱਖ ਵਿਆਪੈ। ਦੇਖ ਲਓ ਇਹ ਉੱਪਰ ਜਿਹੜਾ ਕਿਰਪਾ ਦੀ ਨਿਸ਼ਾਨੀ ਹੈ ਭਾਈ ਫਲਾਣੇ ਤੇ ਕਿਰਪਾ ਹੈ ਕਿ ਨਹੀਂ ਹੈ, ਆਪਣੇ ਤੇ ਕਿਰਪਾ ਹੈ ਕਿ ਨਹੀਂ। ਜੇ ਧਿਆਨ ਸਿਮਰਨ ਕਰਦੇ ਹਾਂ ਤੇ ਕਿਰਪਾ ਹੈ, ਨਹੀਂ ਤਾਂ ਭਾਈ ਨਹੀਂ ਹੈ। ਬਣ ਜਾਓ ਪਾਤਰ, ਸ਼ੁਰੂ ਕਰ ਦਿਓ। ਜਾ ਕੋ ਆਪਣੀ ਕਿਰਪਾ ਧਾਰੈ, ਸੋ ਜਨ ਰਸਨਾ ਨਾਮ ਉਚਾਰੈ। ਹਰ ਬਿਸਰਤ ਸਹਿਸਾ ਦੁੱਖ ਵਿਆਪੈ। ਨਹੀਂ ਉਚਾਰੇਗਾ ਭਾਈ ਦੇਖ ਸਹਿਮ ਤਾਂ ਰਹਿਣਾ ਹੀ ਰਹਿਣਾ, ਦੁੱਖ ਤੇਰੇ ਜੀਵਨ 'ਚ ਰਹਿਣੇ। ਇਹਨਾਂ ਨੇ ਵਿਆਪੀ ਜਾਣਾ, ਮਾਇਆ ਨੇ ਤੈਨੂੰ ਘੇਰ ਕੇ ਰੱਖਣਾ। ਸਿਮਰਤ ਨਾਮ ਭਰਮ ਭਉ ਭਾਗੈ। ਜੇ ਸਿਮਰਨ ਕਰਨ ਲੱਗ ਪਏਗਾ ਤੇ ਜਿਹੜਾ ਹੈਗਾ ਮਾਇਆ ਭਰਮ ਧੋਖਾ ਟਰੈਪ ਇਹ ਦੂਰ ਹੋ ਜਾਏਗੀ। ਰਹਾਓ। ਹਰ ਕੀਰਤਨ ਸੁਣੇ, ਹਰ ਕੀਰਤਨ ਗਾਵੈ। ਜਿਹੜਾ ਵੀ ਇਹ ਧਿਆਨ ਸਿਮਰਨ ਕਰਦਾ ਹੈ ਤਿਸ ਜਨ ਦੁੱਖ ਨਿਕਟ ਨਹੀਂ ਆਵੈ। ਉਸ ਜਨ ਦੇ ਦੁੱਖ ਜਿਹੜੇ ਹੈਗੇ ਨੇੜੇ ਵੀ ਨਹੀਂ ਆਉਂਦੇ ਭਾਈ। ਹਰ ਕੀ ਟਹਿਲ ਕਰਤ ਜਨ ਸੋਹੈ। ਆਹੀ ਹੈ ਪਰਮੇਸ਼ਰ ਦੀ ਟਹਿਲ। ਹਰ ਕੀ ਟਹਿਲ ਕਮਾਵਣੀ, ਜਪੀਏ ਪ੍ਰਭ ਕਾ ਨਾਮ। ਹਰ ਕੀ ਟਹਿਲ ਕਰਤ ਜਨ ਸੋਹੈ। ਕਹਿੰਦੇ ਲੋਕ ਪਰਲੋਕ ਦੇ ਵਿੱਚ ਸੋਭਾ ਹੋ ਜਾਂਦੀ ਹੈ। ਤਾਂ ਕੋ ਮਾਇਆ ਅਗਨ ਨਾ ਪੋਹੈ। ਕਹਿੰਦੇ ਮਾਇਆ ਦੀ ਅਗਨ ਜਿਹੜੀ ਪੋ ਨਹੀਂ ਸਕਦੀ। ਮਾਇਆ ਨੇ ਤਾਂ ਪੋਣਾ ਹੈ ਭਾਈ, ਮਾਇਆ ਨੇ ਦੇਖਣਾ ਖਾਲੀ ਹੈ ਬੰਦਾ ਤੇ ਮਾਇਆ ਨੇ ਬਸ ਲੈ ਜਾਣਾ ਸਵਾਦਾਂ ਦੇ ਵਿੱਚ, ਰਸਾਂ ਕਸਾਂ ਦੇ ਵਿੱਚ, ਦੁਨੀਆ ਦੇ ਵਿੱਚ, ਪਦਾਰਥਾਂ ਦੇ ਵਿੱਚ, ਆਕਾਰ ਦੇ ਵਿੱਚ, ਰੂਪ ਦੇ ਵਿੱਚ। ਹਰ ਕੀ ਟਹਿਲ ਕਰਤ ਜਨ ਸੋਹੈ। ਜਦ ਬੰਦਾ ਪਰਮੇਸ਼ਰ ਦਾ ਨਾਮ ਅੰਦਰ ਆ ਗਿਆ ਤੇ ਕਿਵੇਂ ਮਾਇਆ ਅਟੈਕ ਕਰ ਸਕਦੀ ਹੈ। ਹਰ ਕੀ ਟਹਿਲ ਕਰਤ ਜਨ ਸੋਹੈ। ਮਾਇਆ ਕੀ ਹੈ? ਵਿਚਾਰ ਹੈਗੇ ਆ। ਵਿਚਾਰ ਕਿਵੇਂ ਆਉਣਗੇ? ਜਦ ਆਪਾਂ ਕਿਸੇ ਜਗ੍ਹਾ ਤੇ ਆਪਣਾ ਮਨ ਲੱਗਿਆ ਹੋਇਆ। ਹਰ ਕੀ ਟਹਿਲ ਕਰਤ ਜਨ ਸੋਹੈ, ਤਾਕੋ ਮਾਇਆ ਅਗਨ ਨਾ ਪੋਹੈ। ਮਨ ਤਨੇ ਮੁਖ ਹਰ ਨਾਮ ਦਿਆਲ। ਮਨ ਦੇ ਵਿੱਚ ਵੀ, ਤਨ ਦੇ ਵਿੱਚ ਵੀ, ਮੁਖ ਦੇ ਵਿੱਚ ਵੀ, ਗਿਆਨ ਇੰਦਰੀਆਂ, ਕਰਮ ਇੰਦਰੀਆਂ ਸਾਰੀ ਜਿਹੜੀਆਂ ਹੈਗੀਆਂ ਲੱਗ ਗਈਆਂ ਪਰਮੇਸ਼ਰ ਦੇ ਨਾਮ ਦੇ ਨਾਲ, ਉਸ ਦਿਆਲੂ ਦੇ ਨਾਮ ਦੇ ਨਾਲ। ਮਨ ਤਨੇ ਮੁਖ ਹਰ ਨਾਮ ਦਿਆਲ, ਨਾਨਕ ਤਜੀਲ ਇਸ ਅਵਰ ਜੰਜਾਲ। ਕਹਿੰਦੇ ਸਾਰੇ ਬਾਕੀ ਸਾਰੇ ਜਿਹੜੇ ਹੈਗੇ ਛੱਡ ਦਿੱਤੇ। ਉਹਨਾਂ ਦੇ ਵਿੱਚ ਜਿਹੜਾ ਹੈਗਾ ਖਿੱਚ ਉਹਨਾਂ ਦੀ ਨਹੀਂ ਖਿੱਚ ਕਬੂਲ ਕਰਦਾ। ਬਸ ਰੂਟੀਨ ਹੈਗੇ ਆ, ਜਿਹੜਾ ਜਿੰਨੀ ਕੁ ਲੋੜ ਹੈਗੀ ਆ ਲੋੜ ਦੇ ਅਨੁਸਾਰ ਉਹਨਾਂ ਨੂੰ ਯੂਜ਼ ਕਰਦਾ। ਮਨ ਤਨੇ ਮੁਖ ਹਰ ਨਾਮ ਦਿਆਲ, ਨਾਨਕ ਤਜੀਲੇ ਅਵਰ ਜੰਜਾਲ। ਗੌੜੀ ਮਹੱਲਾ ਪੰਜਵਾਂ। ਛਾੜ ਸਿਆਣਪ ਬਹੁ ਚਤੁਰਾਈ, ਗੁਰਪੁਰੇ ਕੀ ਟੇਕ ਟਿਕਾਈ। ਮੈਂ ਕਹਿੰਦੇ ਛੱਡ ਸਿਆਣਪਾਂ ਚਤੁਰਾਈਆਂ ਮਨ ਦੀਆਂ ਸਾਰੀਆਂ ਛੱਡ ਦਿੱਤੀਆਂ। ਪੂਰਾ ਗੁਰੂ ਜੋ ਕਹਿ ਰਿਹਾ ਆ, ਜੋ ਗਿਆਨ ਕਹਿ ਰਿਹਾ ਆ, ਬਸ ਉਸ ਦੇ ਪਰਣੇ ਹੋ ਗਿਆ, ਉਸ ਦੇ ਆਸਰੇ ਪਰਣੇ ਹੋ ਗਿਆ। ਮੈਂ ਬਸ ਜੋ ਗੁਰੂ ਕਹਿ ਰਿਹਾ ਉਹੀ ਕਰਦਾ ਹਾਂ। ਮੈਂ ਤਾਂ ਸਾਰੀ ਸਿਆਣਪ ਮਨ ਦੀਆਂ ਕਾਢਾਂ ਸਾਰੀਆਂ ਛੱਡ ਦਿੱਤੀਆਂ। ਛਾੜ ਸਿਆਣਪ ਬਹੁ ਚਤੁਰਾਈ, ਗੁਰਪੁਰੇ ਕੀ ਟੇਕ ਟਿਕਾਈ। ਦੁੱਖ ਬਿਨਸੇ ਸੁਖ ਹਰ ਗੁਣ ਗਾਏ। ਕਹਿੰਦੇ ਦੁੱਖ ਦੂਰ ਹੋ ਗਏ ਭਾਈ ਇਹ ਧਿਆਨ ਸਿਮਰਨ ਦੇ ਨਾਲ, ਇਹ ਗੁਣ ਗਾਉਣ ਦੇ ਨਾਲ। ਗੁਰਪੁਰਾ ਭੇਟਿਆ ਲਿਵ ਲਾਏ। ਪੂਰਾ ਗੁਰੂ ਮਿਲ ਗਿਆ ਤਾਂ ਇਹ ਸਾਰੀ ਕਾਰਵਾਈ ਹੋਈ। ਜਦ ਮੈਂ ਪੂਰੇ ਗੁਰੂ ਦੀ ਟੇਕ ਲੈ ਲਈ, ਆਪਣੀਆਂ ਮਨ ਦੀਆਂ ਸਿਆਣਪਾਂ ਛੱਡ ਦਿੱਤੀਆਂ, ਦੁੱਖ ਬਿਨਸ ਗਏ ਮੇਰੇ, ਸੁੱਖ ਆ ਗਿਆ, ਲਿਵ ਲੱਗ ਗਈ ਪਰਮੇਸ਼ਰ ਦੇ ਨਾਲ। ਰਹਾਓ। ਹਰ ਕਾ ਨਾਮ ਦਿਓ ਗੁਰੇ ਮੰਤਰ। ਦੇਖੋ ਮੰਤਰ ਨੂੰ ਫਿਰ ਔਂਕੜ ਲਾਈ ਮਹਾਰਾਜ ਨੇ। ਇੰਨਾ ਜ਼ਰੂਰੀ ਹੈਗਾ ਭਾਈ ਔਂਕੜ ਖਾਸ ਇੱਕ ਜਿਹੜਾ ਹੈ ਕਹਿੰਦੇ ਹਾਈਲਾਈਟ। ਹਰ ਕਾ ਨਾਮ ਦਿਓ ਗੁਰੇ ਮੰਤਰ, ਮਿਟੇ ਵਸੂਰੇ ਉਤਰੀ ਚਿੰਤ। ਸਾਰੇ ਜਿਹੜੇ ਹੈਗੇ ਦੁੱਖ, ਸਾਰੇ ਜਿਹੜੇ ਹੈਗੇ ਆ ਦੁੱਖ ਤਕਲੀਫਾਂ ਸਾਰੀਆਂ ਉਤਰ ਗਈਆਂ ਭਾਈ, ਚਿੰਤਾ ਉਤਰ ਗਈ। ਆਨੰਦ ਪਏ ਗੁਰ ਮਿਲਤ ਕਿਰਪਾਲ। ਗੁਰੂ ਨੂੰ ਮਿਲਣ ਦੇ ਨਾਲ ਮਨ ਦੇ ਵਿੱਚ ਖੇੜਾ ਆ ਗਿਆ। ਗੁਰੂ ਕਿਰਪਾਲ ਹੋ ਗਏ,
ਗੁਰੂ ਤਾਂ ਹਮੇਸ਼ਾ ਕਿਰਪਾਲ ਹੈ ਭਾਈ। ਕੋਈ ਵੀ ਜਿਹੜਾ ਹੈਗਾ, ਕੋਈ ਵੀ ਗੁਰੂ ਕੋਲੋਂ ਕਿਰਪਾ ਲੈ ਸਕਦਾ ਹੈ। ਆਨੰਦ ਪਾਏ ਗੁਰ ਮਿਲਤ ਕਿਰਪਾਲ, ਕਰ ਕਿਰਪਾ ਕਾਟੇ ਜਮਜਾਲ। ਗੁਰੂ ਨੇ ਕਿਰਪਾ ਕਰਕੇ ਜਮ ਦੀ ਜਾਲੀ ਕੱਟ ਦਿੱਤੀ। ਗੁਰੂ ਨੇ ਕੀ ਕਰਨਾ ਹੈ? ਗੁਰੂ ਨੇ ਆਪਾਂ ਨੂੰ ਗਿਆਨ ਦੇਣਾ ਹੈ ਬਸ। ਗੁਰੂ ਨੇ ਆਪਾਂ ਨੂੰ ਦੱਸਣਾ ਪਿਆ ਆਹ ਰਸਤਾ ਜਾ ਰਿਹਾ, ਆਹ ਰਸਤੇ ਤੇ ਚੱਲ ਪਿਆਰਿਆ। ਬਾਕੀ ਤੂੰ ਭੂਲ ਭੁਲਈਆ ਦੇ ਵਿੱਚ ਕਿੱਥੇ ਖੁੱਭਿਆ ਹੋਇਆ? ਉੱਧਰ ਤਾਂ ਰਾਹ ਹੀ ਨਹੀਂ ਜਿੱਧਰ ਨੂੰ ਤੂੰ ਤੁਰੀ ਜਾ ਰਿਹਾ, ਉਹ ਤਾਂ ਦੂਰ ਜਾ ਰਿਹਾ ਤੂੰ ਟਾਰਗੇਟ ਤੋਂ। ਆਨੰਦ ਪਾਏ ਗੁਰ ਮਿਲਤ ਕਿਰਪਾਲ, ਕਰ ਕਿਰਪਾ ਕਾਟੇ ਜਮਜਾਲ। ਜਮਾਂ ਦੀ ਜਾਲੀ ਜਿਹੜੀ ਹੈ ਇਸ ਤਰ੍ਹਾਂ ਕੱਟਣੀ ਹੈ ਭਾਈ। ਕਹੋ ਨਾਨਕ ਗੁਰ ਪੂਰਾ ਪਾਇਆ, ਤਾਂ ਤੇ ਬਹੁਰ ਨਾ ਵਿਆਪੈ ਮਾਇਆ। ਜਿਸਨੇ ਵੀ ਪੂਰਾ ਗੁਰੂ ਪਾ ਲਿਆ ਭਾਈ, ਜਿਹੜਾ ਵੀ ਇਸ ਗਿਆਨ ਦੇ ਨਾਲ ਸ਼ੁਰੂ ਗਿਆਨ ਦੇ ਅਨੁਸਾਰ ਆਪਣੇ ਆਪ ਨੂੰ ਜਿਹੜਾ ਹੈਗਾ ਚੇਂਜ ਕਰਨ ਲੱਗ ਪਿਆ, ਤੇ ਭਾਈ ਉਹਨੂੰ ਜਿਹੜਾ ਹੈਗਾ ਫਿਰ ਮਾਇਆ ਨਹੀਂ ਵਿਆਪ ਸਕਦੀ। ਤਾਂ ਤੇ ਬਹੁਰ ਨਾ ਵਿਆਪੈ ਮਾਇਆ। ਮਾਇਆ ਕੀ ਹੈ? ਮਾਇਆ ਅਗਿਆਨਤਾ ਹੈ। ਅਗਿਆਨਤਾ ਦੇ ਨਾਲ ਚਿੰਬੜਦੀ ਆਪਾਂ ਨੂੰ, ਗਿਆਨ ਨਹੀਂ ਹੈਗਾ ਆਪਾਂ ਨੂੰ। ਜਿੱਥੇ ਗਿਆਨ ਆ ਗਿਆ, ਕਿਉਂ ਜਿਹੜਾ ਇਨਸਾਨ ਜਿਹੜਾ ਪਤਾ ਹੈ ਗੁਰੂ ਕਹਿ ਰਿਹਾ ਤੇ ਆਗਿਆ ਪੈ ਰਿਹਾ, ਕਿਉਂ ਉਂਗਲ ਪਾ ਰਿਹਾ, ਕਿਉਂ ਹੱਥ ਲਾ ਰਿਹਾ ਇਹਨੂੰ? ਕਹੋ ਨਾਨਕ ਗੁਰ ਪੂਰਾ ਪਾਇਆ, ਤਾਂ ਤੇ ਬਹੁਰ ਨਾ ਵਿਆਪੈ ਮਾਇਆ। ਗੌੜੀ ਮਹੱਲਾ ਪੰਜਵਾਂ। ਰਾਖ ਲਿਆ ਗੁਰੇ ਪੂਰੇ ਆਪ। ਜਿਹੜਾ ਨੇ ਗੁਰੂ ਦੀ ਗੱਲ ਮੰਨ ਲਈ, ਉਹਨਾਂ ਨੂੰ ਗੁਰੂ ਰੱਖ ਲੈਂਦਾ ਹੈ, ਮਾਇਆ ਤੋਂ ਬਚਾ ਲੈਂਦਾ। ਰੱਖਣਾ ਕੀ ਆ? ਮਾਇਆ ਤੋਂ ਬਚਾ ਲੈਂਦਾ ਹੈ। ਉਹਨਾਂ ਦਾ ਜਨਮ ਪ੍ਰਵਾਨ ਹੋ ਜਾਂਦਾ ਹੈ, ਲੇਖੇ ਲੱਗ ਜਾਂਦਾ ਹੈ, ਫਲ ਮਿਲ ਜਾਂਦਾ ਹੈ, ਸਫਲ ਹੋ ਜਾਂਦਾ ਹੈ। ਰਾਖ ਲਿਆ ਗੁਰ ਪੂਰੇ ਆਪ, ਮਨਮੁਖ ਕੋ ਲਾਗੋ ਸੰਤਾਪ। ਦੋ ਰਸਤੇ ਹੈਗੇ, ਇੱਕ ਮਨ ਦਾ ਰਸਤਾ, ਇੱਕ ਗੁਰੂ ਦਾ ਰਸਤਾ ਹੈ, ਗੁਰਮੁਖ ਰਸਤਾ ਹੈਗਾ। ਜਿਹੜੇ ਮਨ ਦੇ ਪਿੱਛੇ ਚੱਲਦੇ ਆ, ਕਹਿੰਦੇ ਬਸ ਉਹ ਤਾਂ ਫਿਰ ਸੰਤਾਪ, ਸੰਤਪਤ ਹੋਣਾ, ਦੁਖੀ ਹੋਣਾ ਹੈ, ਉਹਨੇ ਸੜਨਾ ਹੈ, ਉਹਨੇ ਆਦਿ ਵਿਆਧੀ ਉਪਾਧੀ ਤੀਨੇ ਤਾਪ ਲੱਗੇ ਰਹਿਣੇ। ਉਹਦੇ ਚਿੰਤਾ ਸੋਚ ਫਿਕਰ ਇਹ ਆਦਿ ਹੋ ਗਈ। ਵਿਆਧੀ ਜਿਹੜੀ ਹੈਗੀ ਉਹ ਹੋ ਗਈ ਅਮਲ, ਜਿਹੜੇ ਸੰਸਕਾਰ, ਤੇ ਉਪਾਧੀ ਜਿਹੜੀ ਹੈ ਮਨ ਜਿਹੜਾ ਹੈਗਾ ਆ ਵੀ ਚਾਹੀਦਾ, ਆ ਵੀ ਚਾਹੀਦਾ, ਆ ਵੀ ਚਾਹੀਦਾ। ਬਸ ਆ ਉਪਾਧੀਆਂ ਹੈ ਮਨ ਦੀਆਂ। ਮਨਮੁਖ ਕੋ ਲਾਗੋ ਸੰਤਾਪ, ਗੁਰੂ ਗੁਰੂ ਜਪ ਮੀਤ ਹਮਾਰੇ, ਮੁਖ ਉਜਲ ਹੋਵੇਂ ਦਰਬਾਰੇ ਰਹਾਓ। ਬਾਣੀ ਦੇ ਵਿੱਚ ਨਾ ਕਿਤੇ ਕਿਤੇ ਗੁਰੂ ਗੁਰੂ ਆਉਂਦਾ ਹੈ, ਕਿਤੇ ਵਾਹ ਵਾਹ ਕਾ ਬੜਾ ਤਮਾਸ਼ਾ। ਵਾਹਿਗੁਰੂ ਇੱਕ ਜਗ੍ਹਾ ਵਾਹਿਗੁਰੂ ਵੀ ਆਉਂਦਾ ਹੈ। ਬਾਅਦ ਵਿੱਚ ਭੱਟਾਂ ਨੇ ਤਾਂ ਵਾਹਿਗੁਰੂ ਗੁਰਮੰਤਰ ਖੋਲ੍ਹ ਦਿੱਤਾ। ਇਹ ਜਿਹੜਾ ਹੈਗਾ ਕਿਉਂ ਜਿਹੜਾ ਹੈਗਾ ਆਪਾਂ ਨੂੰ ਗੁਰਮੰਤਰ ਵਾਹਿਗੁਰੂ ਕਿਉਂ ਹੈਗਾ? ਕਿਉਂਕਿ ਸਭ ਤੋਂ ਵੱਡਾ ਜਿਹੜਾ ਹੈਗਾ ਗੁਰੂ ਉਹ ਮਾਲਕ ਪਰਮਾਤਮਾ ਹੈਗਾ। ਗੁਰਦੇਵ ਮਾਲਕ ਪਰਮਾਤਮਾ ਉਹੀ ਗੁਰੂ ਹੈ ਸਾਰਿਆਂ ਦਾ। ਔਰ ਜਿੰਨੇ ਵੀ ਗੁਰੂ, ਜਿੰਨੇ ਵੀ ਬ੍ਰਹਮ ਗਿਆਨੀ ਹੈਗੇ, ਉਹ ਸਾਰੇ ਉਸ ਦੇ ਨਾਲ ਮਿਲੇ ਹੋਏ ਆ। ਇੱਕੋ ਹੀ ਹੈਗਾ ਸਾਰਾ। ਉਸੇ ਨੂੰ ਵਾਹਿਗੁਰੂ ਵਾਹਿਗੁਰੂ ਆਪਾਂ ਨੇ ਕਰਦੇ। ਹੋਰ ਕੋਈ ਇਹਦਾ ਜਿਹੜਾ ਹੈਗਾ ਇਹ ਇਸ ਕਰਕੇ ਪਾਈ ਉਹ ਮਾਲਕ ਪਰਮਾਤਮਾ ਨੂੰ ਜਿਹੜਾ ਹੈਗਾ ਉਸੇ ਦਾ ਨਾਮ ਹੈਗਾ। ਇਹ ਗੁਰੂ ਗੁਰੂ ਵੀ ਵਾਹ ਵਾਹ ਵੀ ਉਸੇ ਦੀ ਵਾਹ ਵਾਹ ਉਸੇ ਦੀ। ਕਿਉਂਕਿ ਬ੍ਰਹਮ ਗਿਆਨੀ ਜਿਹੜੇ ਹੈਗੇ ਉਹ ਵੀ ਗੁਰੂ, ਉਹ ਵੀ ਮਾਲਕ ਪਰਮਾਤਮਾ ਹੀ ਹੈਗਾ। ਉਸੇ 'ਚ ਹੀ ਮਿਲੇ ਹੋਏ ਆ ਸਾਰੇ। ਇੱਕ ਹੈਗੀ ਸਾਗਰ, ਬੂੰਦਾਂ ਸਾਰੀਆਂ ਸਾਗਰ ਦੇ ਵਿੱਚ ਹੈਗੀ। ਗੁਰੂ ਗੁਰੂ ਜਪ ਮੀਤ ਹਮਾਰੇ, ਮੁਖ ਉਜਲ ਹੋਵੇਂ ਦਰਬਾਰੇ। ਕਹਿੰਦੇ ਇਹਦੇ ਨਾਲ ਮਾਲਕ ਪਰਮਾਤਮਾ ਦੇ ਦਰਬਾਰ 'ਚ ਸੁਰਖਰੂ ਹੋ ਕੇ ਜਾਏਗਾ ਪਿਆਰਿਆ। ਉਜਲੇ ਮੁਖ ਦੇ ਨਾਲ ਜਾਏਗਾ, ਸੋਭਾ ਹੋ ਜਾਏਗੀ, ਵੈਲਕਮ ਹੋਏਗੀ। ਰਹਾਓ ਗੁਰ ਕੇ ਚਰਨ ਹਿਰਦੇ ਵਸਾਏ। ਆਹੀ ਦੇਖ ਲਓ ਗੁਰੂ ਦੇ ਚਰਨ ਹੈਗੇ। ਕਹਿੰਦੇ ਹਿਰਦੇ 'ਚ ਵਸਾ ਲਾ ਇਹਨਾਂ ਨੂੰ। ਇਹ ਨਹੀਂ ਖਾਲੀ ਮੂੰਹ 'ਚ ਹੀ ਰਹਿ ਜੇ, ਗਲੇ 'ਚ ਹੀ ਰਹਿ ਜੇ, ਹਿਰਦੇ ਤੱਕ ਜਾਣ ਦੇ। ਦੁੱਖ ਦੁਸ਼ਮਨ ਤੇਰੀ ਹੱਥੇ ਬਲਾਏ। ਤੇਰੇ ਦੁੱਖ ਤੇ ਦੁਸ਼ਮਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਰੀ ਤੇ ਮਾਇਆ ਤੇਰੀ ਬਲਾ ਜਿਹੜੀ ਚਿੰਬੜੀ ਹੋਈ ਆ ਪਰੇ ਹੋ ਜਾਏਗੀ। ਹੱਤਿਆ ਹੋ ਜਾਏਗੀ, ਇਹਦੀ ਪਾਸੇ ਹੋ ਜਾਏਗੀ। सबका सिमरन जी। ਗੁਰ ਕਾ ਸ਼ਬਦ ਤੇਰਾ ਸੰਗ ਸਹਾਈ। ਕਹਿੰਦੇ ਗੁਰੂ ਦਾ ਸ਼ਬਦ ਤੇਰੇ ਜੇ ਲੋਕ ਪਰਲੋਕ ਤੱਕ ਤੇਰੇ ਸਾਥ ਜਾਊਗਾ ਭਾਈ। ਇਹੀ ਤੇਰੇ ਸਾਥ ਆ, ਇਹੀ ਤੇਰਾ ਸੰਗ ਆ। ਦਇਆਲ ਪਾਏ ਸਗਲੇ ਜੀ ਪਾਏ।
ਦੇਖ ਲਾ, ਜੇ ਗੁਰੂ ਦਾ ਸ਼ਬਦ ਨਾਲ ਆ ਤੇਰੇ ਤੇ ਸਾਰੇ ਜਿੰਨੇ ਵੀ ਜੀ ਹੈਗੇ ਸਾਰੇ ਜਿਹੜੇ ਹੈਗੇ ਤੇਰੇ ਉੱਤੇ ਦਿਆਲ ਹੋ ਜਾਣਗੇ ਭਾਈ। ਤੇਰੀ ਇੰਨੀ ਸੋਭਾ ਹੋ ਜਾਏਗੀ। ਗੁਰ ਕਾ ਸ਼ਬਦ ਤੇਰੇ ਸੰਗ ਸਹਾਈ, ਦਿਆਲ ਪਏ ਸਗਲੇ ਜੀ ਭਾਈ। ਗੁਰ ਪੂਰੇ ਜਬ ਕਿਰਪਾ ਧਾਰੀ, ਪੰਤ ਨਾਨਕ ਮੇਰੀ ਗੁਰ ਪੂਰੇ ਜਬ ਕਿਰਪਾ ਕਰੀ, ਪੰਤ ਨਾਨਕ ਮੇਰੀ ਪੂਰੀ ਪਰੀ। ਪੂਰੇ ਗੁਰੂ ਨੇ ਜਦ ਕਿਰਪਾ ਕਰ ਦਿੱਤੀ, ਧਿਆਨ ਸਿਮਰਨ ਮਿਲ ਗਿਆ। ਮਹਾਰਾਜ ਬੇਨਤੀ ਕਰ ਰਹੇ, ਪੰਤ ਮਤਲਬ ਬੇਨਤੀ ਕਰ ਰਹੇ, ਮੇਰੀ ਪੂਰੀ ਪਰੀ, ਮੇਰੀ ਪੂਰੀ ਹੋ ਗਈ ਭਾਈ। ਮੇਰੀ ਜੀਵਨ ਯਾਤਰਾ, ਮੇਰੀ ਖੇਡ ਜਿਹੜੀ ਹੈਗੀ ਪੂਰੀ ਹੋ ਗਈ, ਸਹੀ ਰਸਤੇ ਤੇ ਆ ਗਏ। ਗੁਰਪੂਰੇ ਜਬ ਕਿਰਪਾ ਕਰੀ, ਪੰਤ ਨਾਨਕ ਮੇਰੀ ਪੂਰੀ ਪਰੀ। ਗੌੜੀ ਮਹੱਲਾ ਪੰਜਵਾਂ। ਅਨਕ ਰਸਾ ਖਾਏ ਜੈਸੇ ਢੋਰ, ਮੋਹ ਕੀ ਜੇਵਰੀ ਬਾਂਧਿਓ ਚੋਰ। ਦੇਖ ਲਓ ਭਾਈ, ਇੰਨਾ ਇਹ ਜਿਹੜਾ ਸਭ ਤੋਂ ਜਿਹੜਾ ਹੈਗਾ, ਦੇਖੋ ਜਿਹੜਾ ਹਰਡਲ ਜਿਹੜੀ ਹੈਗੀ ਨਾ, ਆ ਜੀਭ ਦੇ ਰਸ ਜਿਹੜੇ ਹੈਗੇ, ਇਹ ਸਭ ਤੋਂ ਵੱਡੀ ਹਰਡਲ ਹੈਗੀ ਆਪਣੀ। ਕਿਉਂਕਿ ਇਹਦੇ ਨਾਲ, ਇਸ ਤੋਂ ਬਗੈਰ ਜਿਹੜਾ ਹੈਗਾ ਇਹ ਜਿਹੜੀ ਬਹੁਤ ਮਤਲਬ ਜਿਹੜੀ ਹੈਗੀ ਇਹ ਪੂਰਾ ਜਿਹੜਾ ਹੈਗਾ ਇਸ ਦੇ ਉੱਤੇ ਨਹੀਂ ਕੰਟਰੋਲ ਹੋਏਗਾ ਤੇ ਗੱਲ ਬਣੇਗੀ ਨਹੀਂ। ਅਨਕ ਰਸਾ ਔਰ ਕੰਟਰੋਲ ਹੋਏਗਾ, ਧਿਆਨ ਸਿਮਰਨ ਦੇ ਦੁਆਰਾ ਹੀ ਕੰਟਰੋਲ ਹੋਣਾ ਹੈ। ਅਨਕ ਰਸਾ ਖਾਏ ਜੈਸੇ ਢੋਰ। ਹੁਣ ਇਹ ਕਬੀਰ ਜੀ ਕਹਿੰਦੇ ਇੱਕ ਜਗ੍ਹਾ ਤੇ ਜਿਹੜੇ ਹੈਗੇ ਉਹਨਾਂ ਦਾ ਆਉਂਦਾ ਹੈ ਸ਼ਬਦ ਜਿਹੜਾ ਹੈਗਾ, ਸਵਾਦ ਸਨਾ ਟੋਪ ਮਮਤਾ ਕੋ, ਕੁਬੁੱਧ ਕਮਾਨ ਚੜਾਈ। ਤ੍ਰਿਸ਼ਨਾ ਤੀਰ ਰਹੇ ਘਟ ਪੀਤਰ, ਇਉਂ ਗੜ ਲਿਓ ਨਾ ਜਾਈ। ਅਨਕ ਰਸਾ ਖਾਏ ਜੈਸੇ ਢੋਰ, ਮੋਹ ਕੀ ਜੇਵਰੀ ਬਾਂਧਿਓ ਚੋਰ। ਕਹਿੰਦੇ ਮੋਹ ਦੀ ਜੇਵੜੀ ਦੇ ਨਾਲ ਜਿਹੜਾ ਹੈਗਾ ਬੰਨਿਆ ਪਿਆ ਹੈ ਇਹਦਾ, ਇਹ ਮੋਹ ਦੀ ਆ, ਮੋਹ ਦੀ ਜਿਹੜੀ ਹੈਗੀ ਉਹ ਬੇੜੀ ਦੇ ਨਾਲ ਚੋਰ ਵਾਂਗੂ ਬੰਨਿਆ ਪਿਆ ਹੈ ਭਾਈ। ਅਨਕ ਰਸਾ ਖਾਏ ਜੈਸੇ ਢੋਰ, ਇਹ ਕਬੀਰ ਜੀ ਦਾ ਸ਼ਬਦ ਹੈਗਾ, ਉਹਨੂੰ ਆਪਾਂ ਲਈਏ, ਸਮਾਂ ਹੈਗਾ। ਕਿਉਂ ਲੀਜੇ ਗੜ ਬੰਕਾ ਭਾਈ, ਇੱਥੋਂ ਜਿਹੜਾ ਹੈ ਕੱਢ ਸਕਦੇ ਹਾਂ ਆਪਾਂ। ਕੱਕਾ ਲੱਲਾ ਗੱਗਾ ਬੱਬਾ, ਇਹ ਅੱਗੇ ਜਿਹੜਾ ਹੈਗਾ 1151, ਪਤਾ ਨਹੀਂ ਇਹ 1161 ਅੰਗ ਦੇ ਉੱਤੇ ਹੈਗਾ ਜੀ। ਕਿਉਂ ਲੀਜੈ ਗੜ ਬੰਕਾ ਭਾਈ, ਕਹਿੰਦੇ ਇਹ ਭਾਈ ਗੜ ਹੈਗਾ, ਕਿਲਾ ਹੈਗਾ, ਇਹ ਬਹੁਤ ਬਹੁਤ ਜਿਹੜਾ ਹੈਗਾ ਕਿਲਾ ਜਿਹੜਾ ਮਜ਼ਬੂਤ ਹੈਗਾ ਭਾਈ। ਇਹ ਕਿਲੇ ਨੂੰ ਜਿਹੜਾ ਜਿੱਤਣਾ, ਮਨ ਨੂੰ ਜਿਹੜਾ ਹੈਗਾ, ਮਨ ਦੇ ਅੰਦਰ ਵੜਨਾ, ਕਹਿੰਦੇ ਬੜਾ ਔਖਾ ਕੰਮ ਹੈਗਾ। ਕਿਉਂ ਲੀਜੇ ਗੜ ਬੰਕਾ ਭਾਈ, ਦੋਵਰ ਕੋਟ ਔਰ ਤੇਵਰ ਖਾਈ ਰਹਾਓ। ਦ્વੈਤ ਦਾ ਜਿਹੜਾ ਹੈਗਾ ਕਿਲਾ ਹੈਗਾ, ਔਰ ਇਹਦੇ ਚਾਰੋਂ ਪਾਸੇ ਜਿਹੜੀ ਹੈਗੀ ਮਾਇਆ ਦੇ ਤ੍ਰਿਗੁਣੀ ਮਾਇਆ, ਤਮੋ ਰਜੋ ਸਤੋ, ਇਹਦੀ ਜਿਹੜੀ ਹੈ ਖਾਈ ਹੈਗੀ। ਰਹਾਓ, ਧਿਆਨ ਸਿਮਰਨ ਕਰਕੇ ਆ ਮਾਲਕ ਪਰਮਾਤਮਾ ਨੇ ਗੇਮ ਪਾਈ ਹੋਈ ਆ ਆਪਾਂ ਨੂੰ। ਕਹਿੰਦੇ ਇਹ ਗੇਮ ਕਿਵੇਂ ਜਿੱਤਾਂਗੇ ਭਾਈ? ਕਬੀਰ ਜੀ ਕਹਿੰਦੇ ਬੜੀ ਔਖੀ ਹੈ ਭਾਈ। ਕਿਉਂ ਲੀਜੇ ਗੜ ਬੰਕਾ ਭਾਈ, ਦੋਵਰ ਕੋਟ ਔਰ ਤੇਵਰ ਖਾਈ। ਆਪਾਂ ਨੂੰ ਪਤਾ ਹੀ ਨਹੀਂ ਲੱਗੂਗਾ ਭਾਈ ਬਈ ਜਿਹੜਾ ਹੈਗਾ ਆਹ ਕਿਸ ਤਰੀਕੇ ਦੇ ਨਾਲ ਮਾਇਆ ਨੂੰ ਕਾਬੂ ਪਾ। ਮਾਇਆ ਤਾਂ ਆਪਣੇ ਉੱਪਰ ਛਾਈ ਹੋਈ ਹੈ, ਉਹਨੇ ਤਾਂ ਆਪਾਂ ਨੂੰ ਬਿਲਕੁਲ ਪੂਰੀ ਤਰ੍ਹਾਂ ਜਿਹੜਾ ਹੈਗਾ, ਉਹਨੇ ਤਾਂ ਆਪਣੇ ਮੋਹ ਦੀ ਤਾਰਾਂ ਦੇ ਨਾਲ ਪੂਰੀ ਤਰ੍ਹਾਂ ਜਕੜਿਆ ਹੋਇਆ ਆਪਾਂ ਨੂੰ। ਕਿਸ ਤਰੀਕੇ, ਜਦ ਤੱਕ ਗਿਆਨ ਨਹੀਂ ਲਵਾਂਗੇ ਤੇ ਕਿਵੇਂ ਜਿਹੜਾ ਹੈਗਾ ਆਪਾਂ ਜਿਹੜੇ ਹੈਗੇ ਆ ਇਸ ਨੂੰ ਕਾਬੂ ਪਾ ਸਕਾਂਗੇ। ਕਿਉਂ ਲੀਜੇ ਗੜ ਬੰਕਾ ਪਾਈ, ਦੋਵਰ ਕੋਟ ਔਰ ਤੇਵਰ ਖਾਈ ਰਹਾਓ। 5-25 ਮੋਹ ਮਦ ਮਤਸਰ, ਆਡੀ ਪਰਬਲ ਮਾਇਆ। 5 ਜਿਹੜੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਹਿੰਦੇ ਆ। 25 ਪ੍ਰਕਿਰਤੀਆਂ ਹੈਗੀਆਂ। ਉਹ ਜਿਹੜਾ ਪੁਰਸ਼ ਹੈਗਾ, ਪੁਰਸ਼ ਦੇ ਬਾਅਦ ਪ੍ਰਕਿਰਤੀ ਹੈਗੀ, ਪ੍ਰਕਿਰਤੀ ਦੇ ਅੱਗੇ ਜਿਹੜੀ ਹੈਗੀ ਆ ਬੁੱਧੀ ਹੈਗੀ, ਬੁੱਧੀ ਦੇ ਬਾਅਦ ਅਹੰਕਾਰ ਹੈਗਾ, ਅਹੰਕਾਰ ਦੇ ਅੱਗੇ ਜਿਹੜਾ ਹੈਗਾ ਫਿਰ ਜਿਹੜਾ ਹੈਗਾ ਮਨ ਹੈਗਾ, ਮਨ ਦੇ ਅੱਗੇ ਗਿਆਨ ਇੰਦਰੀਆਂ, ਕਰਮ ਇੰਦਰੀਆਂ ਹੈਗੀਆਂ। ਇਹ ਜਿਹੜੀ ਹੈਗੀ ਆ ਸਤੋਗੁਣੀ ਬਿਰਤੀ ਹੈਗੀ ਆ। ਔਰ ਤਮੋਗੁਣੀ ਜਿਹੜੀ ਹੈਗੀ, ਫਿਰ ਉਹਦੇ ਵਿੱਚ ਜਿਹੜੇ ਹੈਗੇ ਸਾਰੇ ਜਿਹੜੇ ਹੈਗੇ ਆ ਉਹ ਟੱਚ ਸਮੈਲ, ਉਹ ਜਿਹੜੇ ਹੈਗੇ
ਆਵਾਜ਼, ਫਿਰ ਜਿਹੜਾ ਹੈਗਾ ਛੂਣਾ, ਅਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਆਕਾਰ। ਮਾਇਆ ਦੇ ਕੋਲ ਕਿੰਨੇ ਜਿਹੜੇ ਇੰਨੇ ਆਕਾਰ ਦੇ ਨਾਲ ਆਪਾਂ ਨੂੰ ਉਹ ਕਰ ਰਹੀ ਹੈ। ਫਿਰ ਜਿਹੜਾ ਹੈਗਾ ਸਮੈਲ ਹੈਗੀ ਉਹਦੇ ਕੋਲ, ਫਿਰ ਉਹਦੇ ਕੋਲ ਜਿਹੜੇ ਹੈਗੇ ਸਵਾਦ ਹੈਗੇ ਆ, ਤਰ੍ਹਾਂ ਤਰ੍ਹਾਂ ਦੇ ਸੁਆਦਲੇ ਭੋਜਨ ਦਿੰਦੀ ਆ ਆਪਾਂ ਨੂੰ। ਫਿਰ ਜਿਹੜਾ ਹੈਗਾ ਇਹ 5 ਤੱਤ ਦੀ ਸਾਰੀ ਰਚਨਾ ਹੈਗੀ, ਉਹਦੇ ਕੋਲ 5 ਤੱਤ ਵੀ ਹੈਗੇ। ਇਹ ਤਮੋ ਗੁਣ ਦੇ ਵਿੱਚ ਸਾਰਾ ਕੁਛ ਹੈਗਾ। ਤਮੋ ਗੁਣ ਦੇ ਵਿੱਚ ਇਹ ਸਾਰੀਆਂ ਸਮੈਲ ਔਰ ਇਹ ਟੱਚ ਜਿਹੜੀਆਂ ਸਾਰੀਆਂ ਮਾਇਆ ਦੇ ਹਥਿਆਰ ਇਹ, ਔਰ ਜਿਹੜੇ ਹੈਗੇ ਉਹਦੇ ਵਿੱਚ ਜਿਹੜੇ ਹੈਗੇ 5 ਤੱਤ ਦੀ ਰਚਨਾ ਹੈਗੀ। ਸਾਰੀ ਮਾਇਆ ਤਮੋ ਗੁਣ ਦੇ ਵਿੱਚ ਹੈ। ਔਰ ਰਜੋ ਗੁਣ ਜਿਹੜਾ ਹੈਗਾ ਮਿਕਸਚਰ ਹੈਗਾ ਦੋਨਾਂ ਦਾ। ਆਹ ਹੈਗੇ 25 ਜਿਹੜੀਆਂ ਹੈਗੀਆਂ ਪ੍ਰਕਿਰਤੀਆਂ ਭਾਈ। ਇਹ ਪ੍ਰਕਿਰਤੀ 25 ਹੈਗੇ ਉਹਦੇ ਕੋਲ। ਇਹਨੂੰ ਜਿੱਤਣਾ ਹੈ। 5 ਕਾਮ ਕ੍ਰੋਧ ਲੋਭ ਮੋਹ ਹੰਕਾਰ, 25 ਪ੍ਰਕਿਰਤੀਆਂ ਦੇ ਦੁਆਰਾ ਜਿਹੜੇ ਹੈਗੇ ਇਹ ਜਿਹੜੀ ਹੈਗੀ ਤਮੋ ਰਜੋ ਸਤੋ 3 ਗੁਣਾਂ ਦੇ ਵਿੱਚ ਜਿਹੜੇ ਹੈਗੇ ਇਨਸਾਨ ਨੂੰ ਮੋਹ ਲੈਂਦੇ ਆ। ਮੋਹ ਮਦ ਮਤਸਰ, ਇਸ ਤਰ੍ਹਾਂ ਜਿਹੜਾ ਹੈਗੇ ਇਹਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਹੈਗਾ ਤ੍ਰਿਸ਼ਨਾ, ਈਰਖਾ, ਇਹਦੇ ਆਹ ਸਾਰੇ ਜਿਹੜੇ ਹੈਗੇ ਆਡੀ ਪਰਬਲ ਮਾਇਆ ਆਇਆ ਮਾਇਆ। ਇਹਨੇ ਇਸ ਤਰ੍ਹਾਂ ਰੁਕਾਵਟ ਪਾਈ ਹੋਈ ਆ। ਆਡੀ ਆਈ ਹੋਈ ਆ ਆਪਣੇ ਰਸਤੇ 'ਤੇ ਰੋਕ ਪਾਈ ਹੋਈ ਆ ਇਹਨੇ। ਇਹਦਾ ਸਹਾਰਾ ਲੈ ਕੇ ਜਿਹੜੀ ਆ ਮਾਇਆ ਕੰਮ ਕਰਦੀ ਆ। ਕਿਉਂ ਲੀਜੈ ਗੜ ਬੰਕਾ ਪਾਏ, 2 ਵਰ ਕੋਟ ਔਰ ਤੇਵਰ ਖਾਈ ਰਹਾਓ। 5 25 मोह मद मत्सर आडी परबल माया, जन गरीब को जोर ना पहुँचे कहाँ करूँ रघुराया। मालका मैं तो गरीब हैगा, मेरा कित्थे जोर पहुँचता है इस ते। कबीर जी कह रहे भाई मैं की करा मालका, ये रघुराया मैं की करा, मैनू दस, तेरी मदद तो बगैर मैं की कर सकदा हां। काम की वारी दुख सुख दरवानी, ਕਹਿੰਦੇ ਕਾਮ ਜਿਹੜਾ ਹੈਗਾ ਇਹ ਤਾਂ ਕਿਵਾੜ ਦੇ ਉੱਤੇ ਹੀ ਖੜਾ ਹੈ, ਅੰਦਰ ਵੜਨ ਹੀ ਨਹੀਂ ਦਿੰਦਾ। ਦੇ ਦੁੱਖ ਸੁੱਖ ਜਿਹੜੇ ਹੈਗੇ ਇਹ ਜਿਹੜੇ ਹੈਗੇ ਦਰਵਾਨੀ ਕਰ ਰਹੇ ਆ, ਰਾਖੀ ਕਰ ਰਹੇ ਆ। ਕਾਮ ਕੰਟਰੋਲਰ ਹੈਗਾ, ਕਿਵਾੜ ਦੇ ਉੱਤੇ ਹੀ, ਅੰਦਰ ਵੜਨ ਦੇ ਉੱਤੇ ਸਭ ਤੋਂ ਪਹਿਲਾਂ ਕਾਮ ਹੈਗਾ। ਦੁੱਖ ਸੁੱਖ ਜਿਹੜੇ ਹੈਗੇ ਪਹਿਰੇਦਾਰੀ 'ਤੇ ਹੈਗੇ। ਔਰ ਪਾਪ ਪੁੰਨ ਦਾ ਦਰਵਾਜ਼ਾ ਹੈਗਾ। ਪਾਪ ਔਰ ਪੁੰਨ ਦੇ ਵਿੱਚ ਹੀ ਇਨਸਾਨ ਭਟਕਦਾ ਰਹਿੰਦਾ ਹੈ। ਇਹ ਤ੍ਰਿਗੁਣੀ ਮਾਇਆ ਦੇ ਵਿੱਚ ਕ੍ਰੋਧ ਪ੍ਰਧਾਨ ਮਹਾ ਬੜ ਦੁੰਦਰ। ਔਰ ਇਸ ਤੋਂ ਬਾਅਦ ਕ੍ਰੋਧ ਜਿਹੜਾ ਹੈਗਾ ਇਹ ਪ੍ਰਧਾਨ ਹੈਗਾ ਪੂਰਾ। ਫੱਟ ਦੇਣੀ ਗੁੱਸਾ ਆ ਜਾਂਦਾ ਹੈ। ਮਹਾ ਬੜ ਦੁੰਦਰ ਕਹਿੰਦੇ ਬੜਾ ਲੜਾਕਾ ਹੈਗਾ ਭਾਈ ਕ੍ਰੋਧ, ਸਾਰਾ ਕੁਝ ਖਿੱਚ ਕੇ ਲੈ ਜਾਂਦਾ ਹੈ। ਕ੍ਰੋਧ ਪ੍ਰਧਾਨ ਮਹਾ ਬੜ ਦੁੰਦਰ ਤੈ ਮਨ ਮਵਾਸੀ ਰਾਜਾ। ਔਰ ਮਨ ਜਿਹੜਾ ਹੈਗਾ ਐਸਾ ਅੜਵੈਂਗ ਹੈਗਾ ਮਨ। ਮਵਾਸੀ ਕਹਿੰਦੇ ਅੜਵੈਂਗ, ਕਹਿੰਦੇ ਰਾਜਾ ਇਹ ਸੁਣਦਾ ਹੀ ਨਹੀਂ ਕਿਸੇ ਦੀ ਗੱਲ, ਮਨ ਸੁਣਦਾ ਹੀ ਨਹੀਂ। ਕਹਿੰਦੇ ਸਵਾਦ ਸਨਾਹ ਟੋਪ ਮਮਤਾ ਕੋ ਕੁਬੁੱਧ ਕਮਾਨ ਚੜਾਈ। ਕਹਿੰਦੇ ਆ ਹੋਰ ਪੰਗਾ। ਕਹਿੰਦੇ ਸਵਾਦਾਂ ਦਾ ਹੋਰ ਜਿਹੜੀ ਹੈਗੀ ਸਨਾਹ ਕਹਿੰਦੇ ਆ ਜਿਹੜੀ ਉਹ ਕਵਚ, ਜਿਹੜਾ ਕਵਚ ਪਾ ਲੈਂਦੇ, ਬੁਲੇਟ ਪ੍ਰੂਫ ਕਹਿੰਦੇ ਜਿਹਨੂੰ। ਕਹਿੰਦੇ ਸਵਾਦਾਂ ਦੀ ਬੁਲੇਟ ਪ੍ਰੂਫ ਪਾਈ ਹੋਈ ਆ। ਮਾਇਆ ਦੇ ਸਵਾਦ ਰਸਾਂ ਕਸਾਂ ਤੋਂ ਜਿਹੜਾ ਉੱਪਰ ਹੀ ਨਹੀਂ ਉੱਠਦਾ। ਸਵਾਦ ਦੇ ਸਵਾਦ। ਟੋਪ ਮਮਤਾ ਕੋ, ਮਮਤਾ ਦੀ ਟੋਪ ਲਿਆ ਹੋਇਆ ਹੈ, ਜਿਹੜਾ ਸਿਰ ਦੇ ਉੱਤੇ ਜਿਹੜਾ ਉਹ ਲੈਂਦੇ ਆ, ਜਿਹੜਾ ਕਹਿੰਦੇ ਆ ਵੀ ਹੈਲਮਟ। ਸਵਾਦ ਸਨਾਹ ਟੋਪ ਮਮਤਾ ਕੋ ਕੁਬੁੱਧ ਕਮਾਨ ਚੜਾਈ। ਔਰ ਕਮਾਨ ਜਿਹੜੀ ਹੈਗੀ ਕੁਬੁੱਧੀ ਦੀ ਹੈਗੀ ਆ। ਇਹਦੇ ਕੋਲ ਆਹ ਹਥਿਆਰ ਹੈਗੇ, ਇਹ ਤੀਰ ਕਮਾਨ ਹੈਗਾ ਇਹਦੇ ਕੋਲ। ਔਰ ਤੀਰ ਕਾਹਦੇ ਆ? ਤ੍ਰਿਸ਼ਨਾ ਤੀਰ ਰਹੇ ਕੱਟ ਭੀਤਰ, ਇਉਂ ਗੜ ਲਿਓ ਨਾ ਜਾਏ। ਕਹਿੰਦੇ ਤੀਰ ਤ੍ਰਿਸ਼ਨਾ ਦੇ ਵੀ ਆ ਵੀ ਚਾਹੀਦਾ, ਆ ਵੀ ਚਾਹੀਦਾ, ਆ ਵੀ ਚਾਹੀਦਾ। ਬਾਰ ਤੀਰ ਨਿਕਲੀ ਜਾਂਦੇ ਆ। ਇਉਂ ਗੜ ਲਿਓ ਨਾ ਜਾਏ। ਕਹਿੰਦੇ ਐਵੇਂ ਤਾਂ ਨਹੀਂ ਭਾਈ ਖੇਡ ਜਿੱਤੀ ਜਾ ਸਕਦੀ। ਇਹ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਜੇ ਇਸ ਤਰੀਕੇ ਦੇ ਨਾਲ ਖੇਡ ਜਿੱਤ ਲਾਂਗੇ ਭਾਈ। ਹੁਣ ਜਿਹੜਾ ਹੈਗਾ ਅੱਗੇ ਹੁਣ ਤਾਂ ਆਪਾਂ ਨੂੰ ਨੁਕਤਾ ਦੇ ਰਿਹਾ, ਪ੍ਰੇਮ ਪਲੀਤਾ। ਕਹਿੰਦੇ ਪ੍ਰੇਮ ਦਾ ਪਲੀਤਾ ਲਾ ਪਾਈ, ਪਿਆਰ। ਗੁਰੂ ਦੀ ਮੱਤ ਲੈ, ਗੁਰੂ ਦੀ ਮੱਤ ਦੇ ਨਾਲ ਪਿਆਰ ਜਾਗੇਗਾ ਤੇਰਾ, ਧਿਆਨ ਸਿਮਰਨ ਦੇ ਨਾਲ, ਪਰਮਾਤਮਾ ਦੇ ਨਾਲ। ਪ੍ਰੇਮ ਪਲੀਤਾ ਸੁਰਤ ਹਵਾਈ। ਹਵਾਈ ਕਹਿੰਦੇ ਆ ਤੋਪ,
ਸੁਰਤੀ ਕਹਿੰਦੇ ਸੁਰਤ ਦੇ ਨਾਲ ਚੱਲਣਾ ਹੈ ਕੰਮ, ਸੁਰਤ ਦੀ ਹਵਾਈ ਚਲਾਉਣੀ ਹੈ, ਸੁਰਤ ਦਾ ਗੋਲਾ, ਸੁਰਤ ਤੋਂ ਗੋਲੇ ਨਿਕਲਣੇ ਆ। ਪਹਿਲਾਂ ਜਿਹੜੀ ਤੋਪ ਹੁੰਦੀ ਸੀ ਉਹਦੇ ਪਿੱਛੇ ਜਿਹੜੀ ਹੈ ਪਲੀਤਾ ਦੇਣਾ ਪੈਂਦਾ ਸੀ, ਬਰੂਦ ਪਾ ਕੇ ਉਹਦੇ ਪਿੱਛੇ ਜਿਹੜਾ ਹੈਗਾ ਲੀਰ ਹੁੰਦੀ ਸੀ, ਉਹਨੂੰ ਅੱਗ ਲਾਉਣੀ ਪੈਂਦੀ ਸੀ। ਕਹਿੰਦੇ ਪ੍ਰੇਮ ਦਾ ਪਲੀਤਾ ਤੇ ਸੁਰਤ ਦੀ ਹਵਾਈ ਗੋਲਾ ਗਿਆਨ ਚਲਾਇਆ, ਜੋ ਗੁਰੂ ਕਹਿ ਰਿਹਾ ਆ। ਗੁਰੂ ਨੇ ਕੀ ਗੋਲਾ ਦਿੱਤਾ ਹੋਇਆ? ਕਹਿੰਦੇ ਧਿਆਨ ਸਿਮਰਨ ਦਾ ਗੋਲਾ। ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ, ਬ੍ਰਹਮ ਅਗਨ ਸਹਿਜੇ ਪਰ ਜਾਲੀ ਏਕੈ ਚੋਟ ਸਿਝਾਇਆ। ਕਹਿੰਦੇ ਬ੍ਰਹਮ ਅਗਨੀ ਸਹਿਜ ਦੇ ਨਾਲ ਹੀ ਪ੍ਰਜਵਲਿਤ ਹੋ ਜਾਏਗੀ ਤੇਰੇ ਅੰਦਰ। ਆ ਪ੍ਰਾਣ ਸ਼ਕਤੀ ਆਪਾਂ ਰੋਕਾਂਗੇ, ਉੱਪਰ ਜਾ ਰਹੀ ਪ੍ਰਾਣ ਸ਼ਕਤੀ ਜਿਹੜੀ ਹੈਗੀ ਇਹਨੇ ਬ੍ਰਹਮ ਅਗਨ ਪੈਦਾ ਕਰ ਦੇਣੀ ਹੈ। ਬ੍ਰਹਮ ਅਗਨ ਸਹਿਜੇ ਪਰ ਜਾਲੀ, ਸਹਿਜ ਦੇ ਨਾਲ ਹੀ ਪ੍ਰਜਵਲਿਤ ਹੋ ਜਾਏਗੀ ਬ੍ਰਹਮ ਅਗਨ। ਇੱਕ ਹੈ ਚੋਟ ਸਿਝਾਇਆ, ਇੱਕ ਚੋਟ ਦੇ ਨਾਲ ਹੀ ਜਿਹੜਾ ਹੈਗਾ ਗੱਲ ਬਣ ਜਾਏਗੀ। ਇੱਕ ਚੋਟ ਦੇ ਨਾਲ ਹੀ ਇਹ ਕਿਲਾ ਜਿਹੜਾ ਹੈਗਾ ਇਹਦੇ ਵਿੱਚ ਹੋ ਜਾਏਗਾ ਸੁਰਾਖ। ਬ੍ਰਹਮ ਅਗਨ ਸਹਿਜੇ ਪਰ ਜਾਲੀ, ਇੱਕ ਹੈ ਚੋਟ ਸਿਝਾਇਆ, ਸਤ ਸੰਤੋਖ ਲੈ ਲਰਨੇ ਲਾਗਾ, ਤੋਰੇ ਦੋਏ ਦਰਵਾਜ਼ਾ। ਸੱਤ ਆ ਸੱਚਾ ਆਚਰਣ ਤੇ ਸੰਤੋਖ ਰੱਖਣਾ ਹੈ ਆਪਾਂ ਨੇ। ਜੋ ਗੁਰੂ ਕਹਿ ਰਿਹਾ ਉਵੇਂ ਦੇ ਚੱਲੀ ਜਾਣਾ ਹੈ। ਔਰ ਇਹਨਾਂ ਦੇ ਕਾਮ ਕ੍ਰੋਧ ਓਂਕਾਰ ਦੇ ਉੱਤੇ, ਆਪਣੀਆਂ ਗਿਆਨ ਇੰਦਰੀਆਂ ਦੇ ਉੱਤੇ ਕੰਟਰੋਲ ਰੱਖਣਾ, ਕਰਮ ਇੰਦਰੀਆਂ ਨੂੰ ਨਹੀਂ ਜਾਣ ਦੇਣਾ। ਸਤ ਸੰਤੋਖ ਮੈਕਸੀਮਮ ਆਪਣੀ ਜਿੰਨੀ ਕੁ ਆਪਣੇ ਕੋਲ ਹੈ ਕੋਸ਼ਿਸ਼ ਆਪਾਂ ਨੇ ਕਰਨੀ ਹੈ। ਸਤ ਸੰਤੋਖ ਲੈ ਲਰਨੇ ਲਾਗਾ, ਤੋਰੇ ਦੋਏ ਦਰਵਾਜ਼ਾ। ਕਹਿੰਦੇ ਦੋਨੋਂ ਦਰਵਾਜ਼ੇ ਭੰਨ ਦਿੱਤੇ, ਪੱਲੇ ਦੋਨੋਂ ਭੰਨ ਦਿੱਤੇ। ਸਾਧ ਸੰਗਤ ਔਰ ਗੁਰ ਕੀ ਕਿਰਪਾ ਤੇ ਪਕੜਿਓ ਗਰ ਕੋ ਰਾਜਾ। ਕਹਿੰਦੇ ਜਿਹੜਾ ਮਨ ਐਡਵਾਂਗ ਸੀਗਾ, ਨਹੀਂ ਵਸ ਚ ਆਉਂਦਾ ਸੀਗਾ, ਨਹੀਂ ਸਵਾਦਾਂ ਨੂੰ ਛੱਡਦਾ ਸੀਗਾ, ਨਹੀਂ ਰਸਾ ਕਸਾਂ ਨੂੰ ਛੱਡਦਾ ਸੀਗਾ, ਕਹਿੰਦੇ ਆ ਗਿਆ ਭਾਈ, ਫੜਿਆ ਗਿਆ। ਸਾਧ ਸੰਗਤ ਔਰ ਗੁਰ ਕੀ ਕਿਰਪਾ ਤੇ, ਸਾਧ ਸੰਗਤ ਦੇ ਵਿੱਚ ਰਹਿਣਾ ਹੈ ਆਪਾਂ ਨੇ ਔਰ ਗੁਰੂ ਦੀ ਕਿਰਪਾ ਲੈਣੀ ਹੈ ਭਾਈ। ਸਾਧ ਸੰਗਤ ਔਰ ਗੁਰ ਕੀ ਕਿਰਪਾ ਤੇ ਪਕੜਿਓ ਗਰ ਕੋ ਰਾਜਾ। ਉਹ ਗੜ੍ਹ ਦਾ ਰਾਜਾ ਜਿਹੜਾ ਸੀ ਫੜਿਆ ਗਿਆ। ਭਗਵਤ ਭੀਰ ਸਕਤ ਸਿਮਰਨ ਕੀ, ਕਟੀ ਕਾਲ ਭੈ ਫਾਸੀ। ਇਸ ਤਰ੍ਹਾਂ ਕਹਿੰਦੇ ਆ ਭਗਵਤ ਭੀਰ, ਕਹਿੰਦੇ ਆ ਜਿਹੜੇ ਧਿਆਨ ਸਿਮਰਨ ਕਰਨ ਵਾਲੇ ਸਾਧ ਸੰਗਤ, ਉਹਨਾਂ ਦੀ ਭੀੜ ਦੇ ਨਾਲ ਔਰ ਸਿਮਰਨ ਦੀ ਤਾਕਤ ਦੇ ਨਾਲ। ਭਗਵਤ ਭੀਰ ਸਕਤ ਸਿਮਰਨ ਕੀ, ਕਟੀ ਕਾਲ ਪੈ ਫਾਸੀ। ਇਹ ਜਿਹੜੀ ਹੈ ਕਾਲ ਦੀ ਫਾਹੀ ਕੱਟ ਦਿੱਤੀ। ਦਾਸ ਕਮੀਰ ਚੜਿਓ ਗੜ ਉੱਪਰ, ਰਾਜ ਲਿਓ ਅਬਨਾਸੀ। ਕਹਿੰਦੇ ਦਾਸ ਕਬੀਰ, ਹੁਣ ਕਬੀਰ ਨਹੀਂ ਲਿਖਿਆ, ਕਮੀਰ ਲਿਖਿਆ ਹੈ। ਕਿਉਂ ਕਮੀਰ ਲਿਖਿਆ? ਕਿਉਂਕਿ ਕਮੀਰ ਕਹਿੰਦੇ ਕਿ ਮੈਂ ਤਾਂ ਮੇਰੇ 'ਚ ਤਾਂ ਕੁਛ ਹੈ ਹੀ ਨਹੀਂ ਸੀਗਾ, ਮੈਂ ਤਾਂ ਕਮੀਆਂ ਹੀ ਸੀਗੀ ਮੇਰੇ ਕੋਲ। ਦਾਸ ਕਮੀਰ ਚੜਿਓ ਗੜੇ ਉੱਪਰ, ਰਾਜ ਲਿਓ ਅਬਨਾਸੀ। ਕਹਿੰਦੇ ਜੀ ਇੱਥੇ ਸਪੈਲਿੰਗ ਮਿਸਟੇਕ ਹੋ ਗਈ ਹੈ, ਜਿਹੜੀ ਕਬੀਰ ਦੀ ਜਗ੍ਹਾ ਕਮੀਰ ਲਿਖ ਦਿੱਤੇ। ਵਾਹ ਬਈ ਵਾਹ। ਦਾਸ ਕਮੀਰ ਚੜਿਓ ਗੜ ਉੱਪਰ, ਰਾਜ ਲਿਓ ਅਬਨਾਸੀ। ਕਹਿੰਦੇ ਉਹ ਅਬਨਾਸੀ ਰਾਜ ਮਿਲ ਗਿਆ ਭਾਈ, ਮਾਲਕ ਪਰਮਾਤਮਾ ਵਰਗਾ ਹੋ ਗਏ। ਇਹ ਜਿਹੜੇ ਹੈਗੇ ਪ੍ਰਕਿਰਤੀ ਦੀ ਪਕੜ ਚੋਂ ਆਜ਼ਾਦ ਹੋ ਗਏ। ਇਸ ਤਰ੍ਹਾਂ ਕਿਲਾ ਫਤਿਹ ਕਰ ਲਿਆ। ਇੱਕ ਹੋਰ ਜਿਹੜਾ ਹੈਗਾ ਉਹ ਵੀ ਲੈ ਲਈਏ ਹੁਣ, ਜਿਹੜਾ ਨਾਲ ਲੱਗਦਾ ਵੀ ਧਿਆਨ ਸਿਮਰਨ ਕਿਵੇਂ ਕਰਨਾ ਹੈ। ਇਹ ਵੀ ਕਬੀਰ ਜੀ ਦਾ ਹੀ ਸ਼ਬਦ ਹੈਗਾ। ਇਹ 334 ਅੰਗ ਦੇ ਉੱਤੇ ਹੈਗਾ। ਗੌੜੀ ਰਾਗ ਦੇ ਵਿੱਚ, ਇਸੇ ਰਾਗ ਦੀ ਗੌੜੀ ਜਿਹੜਾ ਆਪਾਂ ਕਰ ਰਹੇ ਹਾਂ। ਸੁਰਤ ਸਿਮਰਤ ਦੋਏ ਕੰਨੀ ਮੁੰਦਾ, ਪਰਮਿਤ ਬਾਹਰ ਖਿੰਥਾ। 2 ਸੱਸੇ ਤੇ 1 ਦੱਦਾ ਤੇ 1 ਕਾਕਾ ਪਾ ਲਓ। ਸੁਰਤ ਸਿਮਰਤ ਦੋਏ ਕੰਨੀ ਮੁੰਦਾ, ਪਰਮਿਤ ਬਾਹਰ ਖਿੰਥਾ। ਕਹਿੰਦੇ ਦੇਖ ਦੋ ਚੀਜ਼ਾਂ ਨੂੰ ਦੇਖ, 2 ਮੁੰਦਰਾਂ ਪਾਉਣੀਆਂ ਪੈਣੀਆਂ ਤੈਨੂੰ ਜੇ ਜੋਗੀ ਬਣਨਾ ਹੈ, ਜੇ ਜੁੜਨਾ ਹੈ ਮਾਲਕ ਪਰਮਾਤਮਾ ਦੇ ਨਾਲ ਤੇ ਕਿਲਾ ਫਤਿਹ ਕਰਨਾ ਹੈ, ਗੜ ਫਤਿਹ ਕਰਨਾ ਹੈ, ਇਹ ਮਾਇਆ ਨੂੰ ਜਿੱਤਣਾ ਹੈ ਪਿਆਰਿਆ। ਤੇ ਆ ਸੁਰਤ ਤੇ ਸਿਮਰਤ, ਸਮਰਨ, ਸੁਰਤ ਤੇ ਸਮਰਨ, ਸੁਰਤ ਦੇ ਨਾਲ ਸਿਮਰਨ ਕਰਨਾ ਹੈ। ਇਹ 2 ਕੰਨਾਂ ਦੇ ਵਿੱਚ ਮੁੰਦਾਂ ਹੋਣੀਆਂ ਚਾਹੀਦੀਆਂ ਤੇਰੇ। ਪਰਮਿਤ ਬਾਹਰ ਖਿੰਥਾ, ਔਰ ਗੋਦੜੀ ਤੇਰੀ ਜਿਹੜੀ ਹੈਗੀ ਉਹ ਮਾਲਕ ਪਰਮਾਤਮਾ ਨੂੰ ਹਮੇਸ਼ਾ ਯਾਦ ਰੱਖ ਲਾ। ਪਰਮਿਤ ਬਾਹਰ ਖਿੰਥਾ,
ਉਹ ਪਰਿਮਿਤੀ ਦੇ ਵਿੱਚ ਨਹੀਂ ਹੈਗਾ। ਉਹਦੀ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਤਾਂ ਉਹਦਾ ਜਿਹੜਾ ਹੈਗਾ ਉਹ ਤਾਂ ਪਾਰਾਵਾਰ ਹੀ ਨਹੀਂ ਹੈ ਮਾਲਕ ਪਰਮਾਤਮਾ ਦਾ। ਸੁਰਤ ਸਿਮਰਤ ਦੋਏ ਕੰਨੀ ਮੁੰਦਾ ਪਰਮਿਤ ਬਾਹਰ ਖਿੰਥਾ ਸੁਨ ਗੁਫਾ, ਕਿਉਂਕਿ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਸਰੀਰ ਨਹੀਂ ਹੈਗਾ ਭਾਈ, ਪੰਜਾਂ ਤੱਤਾਂ ਦਾ ਨਹੀਂ ਹੈਗਾ। ਆਪਣੇ ਆਪ ਨੂੰ ਇਸ ਕਰਕੇ ਤੂੰ ਵੀ ਪੰਜਾਂ ਤੱਤਾਂ ਦਾ ਨਹੀਂ ਹੈਗਾ। ਸੁਨ ਗੁਫਾ ਮੈਂ ਆਸਣ ਬੈਸਣ ਕਲਪ ਵਿਵਰਜਿਤ ਪੰਥਾ, ਕਹਿੰਦੇ ਦੇਖ ਲਾ ਪਿਆਰਿਆ, ਸੁਨ ਗੁਫਾ ਦੇ ਵਿੱਚ ਬਹਿਣਾ ਪਊਗਾ ਤੈਨੂੰ, ਆਸਣ ਲਾਉਣਾ ਪੈਣਾ ਹੈ। ਆਪਣੇ ਅੰਦਰ ਵਿਚਾਰ ਜਿਹੜੇ ਅਲਾਉਡ ਨਹੀਂ ਹੈਗੇ ਉੱਥੇ। ਕਲਪ ਵਿਵਰਜਿਤ, ਨਾਟ ਅਲਾਉਡ, ਨੋ ਵੇ, ਵਨ ਵੇ ਆ, ਕਹਿੰਦੇ ਨਹੀਂ ਵਿਚਾਰ ਨਹੀਂ ਆ ਸਕਦੇ। ਸੁਨ ਗੁਫਾ ਮੇ ਆਸਣ ਬੈਸਣ ਕਲਪ ਵਿਵਰਜਿਤ ਪੰਥਾ, ਇਹ ਰਸਤਾ ਕਲਪਨਾ ਵਿਚਾਰ ਨਹੀਂ ਅਲਾਉਡ ਹੈਗੇ ਭਾਈ ਇਹ ਸੁਨ ਗੁਫਾ ਦੇ ਵਿੱਚ। ਇਹ ਗੁਫਾ ਕਹਿ ਰਹੇ ਮਹਾਰਾਜ, ਜਿੱਥੇ ਵਿਚਾਰ ਬੰਦ ਹੁੰਦੇ ਆ, ਇਨਸਾਨ ਜਿਹੜਾ ਹੈਗਾ ਇੱਕਦਮ ਖਿੱਚਿਆ ਜਾਂਦੀ, ਸੁਰਤ ਉਹਦੀ ਖਿੱਚੀ ਜਾਂਦੀ ਹੈ ਇੱਕਦਮ, ਜਿਸ ਤਰ੍ਹਾਂ ਜਿਹੜੀ ਰਾਕਟ ਵਾਂਗੂ ਜਾਂਦੀ ਹੈ ਸੁਰਤ, ਇਸ ਤਰ੍ਹਾਂ ਜਾਂਦੀ ਹੈ ਇਹ ਸੁਨ ਗੁਫਾ ਦੇ ਵਿੱਚ। ਸੁਨ ਗੁਫਾ ਮੇ ਆਸਣ ਬੈਸਣ ਕਲਪ ਵਿਵਰਜਿਤ ਪੰਥਾ, ਮੇਰੇ ਰਾਜਨ ਮੈਂ ਬੈਰਾਗੀ ਜੋਗੀ, हे ਮੇਰੇ ਮਾਲਕਾ ਮੈਂ ਤਾਂ ਤੇਰਾ ਬੈਰਾਗੀ ਹੋ ਗਿਆ, ਮੈਂ ਤਾਂ ਤੇਰਾ ਜੋਗੀ ਹੋ ਗਿਆ ਮਾਲਕਾ। ਮੇਰੇ ਰਾਜਨ ਮੈਂ ਬੈਰਾਗੀ ਜੋਗੀ, ਇਸ ਤਰ੍ਹਾਂ ਜੋੜਿਆ ਆ ਜੋਗ ਆ ਪਾਏ, ਇਸ ਤਰ੍ਹਾਂ ਜਿਹੜਾ ਪਰਮੇਸ਼ਰ ਦੇ ਨਾਲ ਜੁੜਦੇ ਆ। ਮੇਰੇ ਰਾਜਨ ਮੈਂ ਬੈਰਾਗੀ ਜੋਗੀ ਮਰਤ ਨਾ ਸੋਗ ਵਿਯੋਗੀ ਰਹਾ। ਹੁਣ ਮੈਂ ਜਿਹੜਾ ਹੈਗਾ ਨਹੀਂ ਪਾਏ, ਮੈਂ ਜਿਹੜਾ ਹੈਗਾ ਕਾਲ ਦੇ ਹੱਥੋਂ ਜਿਹੜਾ ਹੈਗਾ ਆਤਮਿਕ ਮੌਤ ਨਹੀਂ ਮਰੂੰਗਾ। ਹੁਣ ਮੈਂ ਸੋਗ ਦੇ ਵਿੱਚ, ਵਿਯੋਗ ਦੇ ਵਿੱਚ ਮੈਂ ਤਾਂ ਜੋਗੀ ਹੋ ਗਿਆ ਹੁਣ। ਰਹਾਓ ਖੰਡ ਬ੍ਰਹਮੰਡ ਮੈਂ ਸਿੰਘੀ, ਮੇਰਾ ਬਟੂਆ ਸਭ ਜਗ ਭਸਮਾ ਧਾਰੀ। ਇਹ ਜੋਗੀ ਲੋਕ ਸਿੰਘੀ ਵਜਾਉਂਦੇ, ਸਿੰਘ ਵਜਾਉਂਦੇ, ਕਹਿੰਦੇ ਮਹਾਰਾਜ ਕਹਿੰਦੇ ਮੇਰੀ ਸਿੰਘੀ, ਮੇਰਾ ਤਾਂ ਅਨਹਤ ਸ਼ਬਦ ਜਿਹੜਾ ਹੈਗਾ ਖੰਡਾਂ ਬ੍ਰਹਮੰਡਾਂ 'ਚ ਵੱਜ ਰਿਹਾ ਹੈ। ਉਹ ਮਾਲਕ ਪਰਮਾਤਮਾ ਦੇ ਮੁਖ ਤੋਂ, ਮਾਲਕ ਪਰਮਾਤਮਾ ਦੇ ਦਰ ਤੋਂ ਉਹ ਮੇਰੀ ਸਿੰਘੀ ਵੱਜ ਰਹੀ ਹੈ। ਖੰਡ ਬ੍ਰਹਮੰਡ ਮੈਂ ਸਿੰਘੀ, ਮੇਰਾ ਬਟੂਆ ਸਭ ਜਗ ਭਸਮਾ ਧਾਰੀ। ਬਟੂਆ ਹੁੰਦਾ ਇਹਨਾਂ ਕੋਲ, ਸਵਾਹ ਮਰਦੇ ਬਾਰ-ਬਾਰ, ਕਹਿੰਦੇ ਬਟੂਆ ਕੀ ਹੈ ਮੇਰਾ? ਕਹਿੰਦਾ ਸਾਰਾ ਜੱਗ ਜਿਹੜਾ ਹੈਗਾ ਸਾਰਾ ਭਸਮ ਹੈ ਪਾਏ, ਇਹ ਸਾਰਾ ਫੈਬਰੀਕੇਟਡ ਹੈਗਾ, ਇਹ ਸੱਚ ਨਹੀਂ ਹੈਗਾ। ਮੈਂ ਹਮੇਸ਼ਾ ਯਾਦ ਰੱਖਦਾ ਹਾਂ, ਹਮੇਸ਼ਾ ਸਵਾਹ ਮਾਲ ਕੇ ਰੱਖਦਾ ਹਾਂ। ਸਭ ਜਗ ਭਸਮਾ ਧਾਰੀ, ਤਾੜੀ ਲਾਗੀ ਤ੍ਰਿਪਲ ਪਲਟੀਏ, ਛੂਟਿਆ ਹੋਏ ਪਸਾਰੀ। ਕਹਿੰਦੇ ਕਮਾਲ ਹੋ ਗਿਆ, ਮੇਰੀ ਇਸ ਤਰ੍ਹਾਂ ਤਾੜੀ ਲੱਗ ਗਈ, ਲਿਵ ਲੱਗ ਗਈ ਮੇਰੀ। ਇਹ ਮਾਇਆ ਜਿਹੜੀ ਤ੍ਰਿਗੁਣੀ ਮਾਇਆ ਪਲਟ ਗਈ, ਕਹਿੰਦੇ ਤ੍ਰਿਪਲ ਪਲਟੀਏ, ਛੂਟਿਆ ਹੋਏ ਪਸਾਰੀ। ਕਹਿੰਦੇ ਛੁੱਟ ਗਏ ਅਸੀਂ ਮਾਇਆ ਦੇ ਜਾਲ 'ਚੋਂ। ਕਹਿੰਦੇ ਭਾਵੇਂ ਅਸੀਂ ਪੰਸਾਰੀ ਸੀਗੇ, ਭਾਵੇਂ ਅਸੀਂ ਗ੍ਰਸਤੀ ਸੀਗੇ। ਆ ਜੋਗੀ ਗ੍ਰਸਤ ਜੋ ਗਿਆ ਪਾਏ, ਰਾਜ ਜੋਗ। ਤਾੜੀ ਲਾਗੀ ਤ੍ਰਿਪਲ ਪਲਟੀਏ, ਛੂਟੇ ਹੋਏ ਪਸਾਰੀ। ਮਨ ਪਵਨ ਦੋਏ ਤੁੰਬਾ ਕਰੀ ਹੈ, ਜੁਗ ਜੁਗ ਸਾਰਦ ਸਾਜੀ। ਕਹਿੰਦੇ ਦੇਖ ਲਾ ਪਿਆਰਿਆ, ਇੱਕ ਮਨ ਔਰ ਇੱਕ ਪ੍ਰਾਣ, ਦੋ ਚੀਜ਼ਾਂ ਨੂੰ ਦੇਖ ਲਾ ਭਾਈ, ਪ੍ਰਾਣ ਜਿਹੜੇ ਹੈਗੇ ਔਰ ਮਨ। ਮਨ ਪਵਨ ਦੋਏ ਤੁੰਬਾ ਕਰੀਏ, ਇਹ ਦੋ ਤੂੰਬੇ ਬਣਾ ਲਾ। ਜੁਗ ਜੁਗ ਸਾਰਦ ਸਾਜੀ, ਇਹ ਜੁਗ ਜੁਗ ਤੱਕ ਜਿਹੜੀ ਹੈਗੀ ਤੇਰੀ ਸਾਰਦਾ, ਜਿਹੜੀ ਤੇਰੀ ਜਿਹੜੀ ਹੈਗੀ ਇਹ ਕਿੰਗਰੀ ਬਣ ਜਾਏਗੀ ਜੁਗ ਜੁਗ ਤੱਕ। ਮਨ ਪਵਨ ਦੋਏ ਤੁੰਬਾ ਕਰੀ ਹੈ, ਜੁਗ ਜੁਗ ਸਾਰਦ ਸਾਜੀ। जुगा जुगा तक वो मालक परमात्मा अविनाशी है, तुम ही अविनाशी हो जाएगा जी। आ किंगरी बज जाएगी तेरी। मन पवन दोए तुम्बा करी है, जुग जुग सारद साजी। थिर पई तंती टूटस नाही, अनहद किंगरी बाजी। कहते इस तरह जी हैगी तंती थिर हो गई पाई, विचार आउंदे ही नहीं हैगे, टुटदी ही नहीं है लिव। ऐसी अनहद किंगरी बजन लग पई अंदर जी हैगी। ऐसा मालक परमात्मा का जिहड़ा हैगा वो शब्द चलन लग पे। सुन मन मगन, ऐसा कीर्तन होने लग पिया अंदर। सुन मन मगन पए हैं पूरे, माया डोल न लागी। इन्ना मन मगन हो गया सुनने दे विच पूरा। माया जिहड़ी हैगी डुला रही सी, बार बार विचार भेज रही सी, कहंदे हुण नहीं
ਮਾਇਆ ਦਾ ਕੋਈ ਜਿਹੜਾ ਹੈਗਾ ਕੋਈ ਨਹੀਂ ਚੱਲ ਰਿਹਾ, ਉਹਦਾ ਮਾਇਆ ਦੇ ਹਥਿਆਰ ਕੋਈ ਨਹੀਂ ਚੱਲ ਰਹੇ। ਮਾਇਆ ਨਹੀਂ ਡੁਲਾ ਸਕਦੀ ਹੁਣ, ਮਾਇਆ ਦੀ ਡੋਲ ਨਹੀਂ ਲੱਗਦੀ ਹੁਣ। ਸੁਨ ਮਨ ਮਗਨ ਪਏ ਹੈ ਪੂਰੇ, ਮਾਇਆ ਡੋਲ ਨਾ ਲਾਗੀ। ਕਹੋ ਕਬੀਰ ਤਾਕੋ ਪੁਨਰਪ ਜਨਮ ਨਹੀਂ, ਖੇਲ ਗਇਓ ਬੈਰਾਗੀ। ਕਹਿੰਦੇ ਭਾਈ ਜਿਹੜਾ ਆਹ ਖੇਡ ਖੇਡ ਗਿਆ ਧਿਆਨ ਸਿਮਰਨ ਵਾਲੀ, ਜਿਹਨੇ ਆਪਣਾ ਮਨ ਖੜਾ ਕਰ ਲਿਆ, ਜਿਹੜਾ ਹੈਗਾ ਸੁੰਨ ਗੁਫਾ ਮੇ ਆਸਣ ਬੈਸਣ ਕਲਪ ਵਿਵਰਜਿਤ ਪੰਥਾ, ਜਿਹੜਾ ਹੈਗਾ ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਇਸ ਤਰ੍ਹਾਂ ਜਿਹੜਾ ਥਿਰ ਕਰਕੇ ਬੈਠਣਾ ਸਿੱਖ ਗਿਆ, ਜਿਹੜਾ ਵਿਚਾਰਾਂ ਤੋਂ ਤੇ ਜਿਹੜਾ ਪਾਸੇ ਹੋ ਗਿਆ, ਵਿਚਾਰਾਂ ਤੋਂ ਜਿਹੜਾ ਹੈਗਾ ਵਿਚਾਰ ਜਿਹੜੇ ਹੈਗੇ, ਵਿਚਾਰ ਜਿਹਦੇ ਪਟਲ 'ਤੇ ਨਹੀਂ, ਜਿਹਨੇ ਚੇਤੀ ਆਪਣਾ ਜਿਹੜਾ ਹੈਗਾ ਸਵਿਚ ਆਫ ਕਰ ਦਿੱਤਾ, ਜਿਹੜਾ ਜਿਹਦੀ ਸੁਰਤ ਮਨ ਦੇ ਵਿੱਚ ਚਲੀ ਗਈ, ਆਤਮਾ ਦੇ ਵਿੱਚ ਚਲੀ ਗਈ। ਕਹੋ ਕਬੀਰ ਤਾਕੋ ਪੁਨਰਪ ਜਨਮ ਨਹੀਂ, ਖੇਲ ਗਇਓ ਬੈਰਾਗੀ। ਜਿਹੜਾ ਆਹ ਖੇਡ ਖੇਡ ਗਿਆ ਪਾਏ ਅਸਲੀ ਬੈਰਾਗੀ, ਕਹਿੰਦੇ ਉਹਨੂੰ ਫਿਰ ਹੁਣ ਜਿਹੜਾ ਜਨਮ ਮਰਨ ਨਹੀਂ ਹੈ ਪਾਏ। ਤਾਕੋ ਪੁਨਰਪ ਜਨਮ ਨਹੀਂ, ਨਾ ਬਈ ਨਾ, ਖੇਲ ਗਇਓ ਬੈਰਾਗੀ, ਜਿਹੜਾ ਆਹ ਖੇਡ ਖੇਡ ਗਿਆ ਧਿਆਨ ਸਿਮਰਨ ਵਾਲੇ। ਇਹ ਜੀ ਆਪਾਂ ਅਨਕ ਰਸਾ 190 ਅੰਗ ਦੇ ਉੱਤੇ ਹੈਗੇ ਆ। ਗੌੜੀ ਮਹਲਾ ਪੰਜਵਾਂ। ਅਨਕ ਰਸਾ ਖਾਏ ਜੈਸੇ ਢੋਰ। ਦੇਖ ਲਓ, ਸਵਾਦ ਤੋਂ ਚੱਲੇ ਸੀ ਆਪਾਂ, ਰਸਾਂ ਤੋਂ ਚੱਲੇ ਸੀਗੇ। ਕਹਿੰਦੇ ਭਾਈ ਇਹ ਤਾਂ ਪਸ਼ੂ ਹੀ ਹੈਗਾ, ਫਟਾਫਟ ਭਰੀ ਜਾ ਬਸ, ਆ ਵੀ ਖਾ ਲਓ, ਆ ਵੀ ਖਾ ਲਓ, ਆ ਵੀ ਖਾ ਲਓ। ਅਨਕ ਰਸਾ ਖਾਏ ਜੈਸੇ ਢੋਰ, ਮੋਹ ਕੀ ਜੇਵਰੀ ਬਾਂਧਿਓ ਚੋਰ। ਕਹਿੰਦੇ ਇਹ ਤਾਂ ਮੋਹ ਦੇ ਨਾਲ ਭਾਈ ਬੰਨਿਆ ਪਿਆ ਹੈ, ਮੋਹ ਦੀ ਰੱਸੀ ਨੇ ਨਾ ਮਾਇਆ ਨੇ ਬੰਨਿਆ ਪਿਆ, ਸਵਾਦਾਂ ਦੇ ਨਾਲ ਇਹਨੂੰ ਚੋਰ ਵਾਂਗੂ ਬੰਨਿਆ ਪਿਆ। ਜਿਵੇਂ ਚੋਰ ਨੂੰ ਬੰਨ੍ਹ ਲੈਂਦੇ ਆ ਭਾਈ, ਚੋਰ ਫੜਿਆ ਜਾਏ ਤੇ ਦੇਖ ਲਓ ਕਿਵੇਂ ਬੰਨ੍ਹ ਲੈਂਦੇ ਆ। ਕਹਿੰਦੇ ਨਿਕਲ ਨਹੀਂ ਸਕਦਾ ਮਾਇਆ ਦੇ ਜਾਲ 'ਚੋਂ ਹੁਣ, ਐਸਾ ਮਾਇਆ ਨੇ ਜੇਵਰੀ ਪਾਈ ਹੋਈ ਆ। ਅਨਕ ਰਸਾ ਖਾਏ ਜੈਸੇ ਢੋਰ, ਮੋਹ ਕੀ ਜੇਵਰੀ ਬਾਂਧਿਓ ਚੋਰ। ਮਿਰਤਕ ਦੇਹ ਸਾਧ ਸੰਗ ਵਿਹੂਣਾ। ਕਹਿੰਦੇ ਸਰੀਰ ਦਾ ਕੀ ਕੰਮ ਕਰ ਰਿਹਾ, ਦੇਖ ਸਰੀਰ ਤੋਂ ਕੀ ਲੈ ਰਿਹਾ ਹੈ। ਸਾਧ ਸੰਗਤ ਨਹੀਂ ਹੈਗੀ, ਗੁਰੂ ਦੀ ਸੰਗਤ ਹੈ ਨਹੀਂ ਗੀ, ਗਿਆਨ ਹੈ ਹੀ ਨਹੀਂ। ਕਹਿੰਦੇ ਫਿਰ ਤਾਂ ਜਿਹੜਾ ਹੈਗਾ ਮਨੁੱਖੀ ਜੂਨ ਮਰੇ ਹੋਏ ਦੀ ਨਿਕਲ ਰਹੀ ਹੈ। ਮਿਰਤਕ ਹੈ ਇਹਦਾ ਸਰੀਰ। ਮਿਰਤਕ ਦੇ ਸਾਧ ਸੰਗ ਵਿਹੂਣਾ, ਆਵਤ ਜਾਤ ਜੋਨੀ ਦੁੱਖ ਖੀਨਾ। ਕਹਿੰਦੇ ਆਉਂਦਾ ਜਾਂਦਾ ਰਹਿ ਰਿਹਾ ਆ, ਜੂਨਾਂ ਦੇ ਵਿੱਚ ਖੀਨ ਹੋਈ ਜਾ ਰਿਹਾ ਹੈ। ਖੀਨ ਹੋਣਾ ਕੀ ਹੈਗਾ, ਸਰੀਰ ਦੀ ਗੱਲ ਨਹੀਂ, ਆਤਮਾ ਜਿਹੜੀ ਆਪਣੀ ਖੀਨ ਹੋਈ, ਆਤਮਾ ਜਿਹੜੀ ਹੈਗੀ, ਆਪਾਂ ਜਿਹੜੇ ਹੈਗੇ ਮਲੀਨ ਹੋਈ ਜਾ ਰਹੇ, ਆਪਣੇ ਕਾਰਨ ਸਰੀਰ ਵਧੀ ਜਾਂਦਾ ਹੈ। ਆਵਤ ਜਾਤ ਜੋਨੀ ਦੁੱਖ ਖੀਨਾ, ਦੁੱਖ ਦੇ ਵਿੱਚ ਖੀਨ ਹੋਈ ਜਾ ਰਿਹਾ ਹੈ। ਨੈਗੇਟਿਵਿਟੀ ਵਧੀ ਜਾ ਰਹੀ, ਨੈਗੇਟਿਵ ਪਾਸੇ ਜਾਈ ਜਾ ਰਿਹਾ ਰਹਾਓ। ਅਨਕ ਵਸਤਰ ਸੁੰਦਰ ਪਹਿਰਾਇਆ। ਕਹਿੰਦੇ ਇਸ ਤਰ੍ਹਾਂ ਹੈਗਾ ਜਿਵੇਂ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ, ਜਿਵੇਂ ਅਮੀਰ ਹੁੰਦਾ ਹੈ, ਕਿੰਨੇ ਜਿਹੜੇ ਹੈਗੇ ਬਹੁਤ ਜ਼ਿਆਦਾ ਜਿਹੜੇ ਹੈਗੇ ਮਾਇਆ ਦੇ ਜਿਹੜੇ ਹੈਗੇ ਉਹ ਆਪਣੇ ਵਸਤਰ ਜੋ ਵੀ ਸਾਧਨ ਹੈਗੇ ਮਾਇਆ ਦੇ ਦਿਖਾਉਂਦਾ ਹੈ। ਅਨਕ ਵਸਤਰ ਸੁੰਦਰ ਪਹਿਰਾਇਆ, ਜੋ ਡਰਨਾ ਖੇਤ ਮਾਹੇ ਡਰਾਇਆ। ਕਹਿੰਦੇ ਇਹ ਤਾਂ ਇਸ ਤਰ੍ਹਾਂ ਹੈਗਾ ਜਿਵੇਂ ਕੋਈ ਜਿਹੜਾ ਡਰਨਾ ਹੁੰਦਾ, ਜਿਹਨੇ ਉਹ ਜਿਹੜਾ ਬਣਾਇਆ ਹੁੰਦਾ ਲੱਕੜ ਦਾ ਬਣਾ ਕੇ ਕੱਪੜੇ ਪਵਾ ਦਿੰਦੇ ਆ ਉਹ ਖੇਤ ਦੇ ਵਿੱਚ ਜਿਹੜਾ ਹੈਗਾ ਜਾਨਵਰਾਂ ਨੂੰ ਡਰਾਉਣ ਵਾਸਤੇ। ਇਸੇ ਤਰੀਕੇ ਦੇ ਨਾਲ ਵਿਚਾਰਾ ਜਿਹੜੇ ਹੈਗੇ ਦੂਸਰੇ ਜੀਵ ਜਿਹੜੇ ਹੈਗੇ, ਜਿਹੜੇ ਇਨਸਾਨ ਹੈਗੇ ਗਰੀਬ ਵਿਚਾਰੇ ਨਹੀਂ ਪਾ ਸਕਦੇ, ਉਹ ਅਮੀਰਾਂ ਤੋਂ ਇਸ ਤਰ੍ਹਾਂ ਡਰਦੇ ਆ। ਅਨਕ ਵਸਤਰ ਸੁੰਦਰ ਪਹਿਰਾਇਆ, ਜਿਉਂ ਡਰਨਾ ਖੇਤ ਮਾਹੇ ਡਰਾਇਆ। ਸਗਲ ਸਰੀਰ ਆਵਤ ਸਭ ਕਾਮ। ਕਹਿੰਦੇ ਦੁਨੀਆ ਦੇ ਸਾਰੇ ਜਿੰਨੇ ਵੀ ਜਾਨਵਰ ਹੈਗੇ ਜਾਂ ਜੋ ਵੀ ਹੈਗੇ ਉਹਨਾਂ ਦੇ ਸਰੀਰ ਕੰਮ ਆ ਜਾਂਦੇ ਆ ਭਾਈ। ਦੇਖ ਲਓ ਪਰਿੰਦਿਆਂ ਦੇ ਜਿਹੜੇ ਹੈਗੇ, ਦੇਖ ਲਓ ਉਹ ਖੰਭ ਕੰਮ ਆ ਜਾਂਦੇ ਆ ਭਾਈ। ਚਮੜੀ ਦੇਖ ਲਓ ਕਿਸ ਤਰ੍ਹਾਂ ਜਿਹੜੀ ਹੈਗੀ ਘੋੜੇ ਦੀ, ਹੋਰ ਸਾਰਿਆਂ ਜਾਨਵਰਾਂ ਦੀ ਚਮੜੀ, ਹੱਡੀਆਂ, ਸਾਰਾ ਕੁਛ ਕੰਮ ਆ ਜਾਂਦਾ। ਸਗਲ ਸਰੀਰ ਆਵਤ ਸਭ ਕਾਮ, ਨਿਰਫਲ ਮਾਨੁਖ ਜਪੇ ਨਹੀਂ ਨਾਮ। ਕਹਿੰਦੇ ਮਨੁੱਖ ਦਾ ਸਰੀਰ ਕੋਈ ਕੰਮ ਨਹੀਂ ਆਉਂਦਾ, ਵੇਸਟ ਆ, ਨਿਰਫਲ ਹੈਗਾ, ਨਾਮ ਨਹੀਂ ਜਪਦਾ ਤੇ ਭਾਈ ਕੋਈ ਫਲ ਹੀ ਨਹੀਂ ਆ। ਸਰੀਰ ਵੀ ਨਹੀਂ ਕੰਮ ਆਇਆ, ਔਰ ਜਿਹੜਾ ਹੈਗਾ ਉਹਨੇ ਆ ਕੇ ਦੁਨੀਆ ਦੇ ਵਿੱਚ ਵੀ ਕੁਛ ਨਹੀਂ ਕੀਤਾ, ਬੇਕਾਰ ਕਰਕੇ ਚਲਾ ਗਿਆ।
ਕਹੋ ਨਾਨਕ ਜਾ ਕੋ ਪਾਏ ਦਿਆਲਾ, ਸਾਧ ਸੰਗੇ ਮਿਲ ਭਜੇ ਗੋਪਾਲਾ। ਇੱਥੇ ਜਿਹੜਾ ਹੈਗਾ ਦੋ ਮਾਤਰਾ ਲੱਗੀਆਂ, ਗੱਗੇ ਦੇ ਉੱਤੇ ਹੋੜਾ ਵੀ ਲੱਗਿਆ ਹੋਇਆ, ਔਂਕੜ ਵੀ ਲੱਗੀ ਹੋਈ ਆ। ਦੋ ਤਾਂ ਨਹੀਂ ਬੁਲਾ ਸਕਦੇ, ਇੱਕੋ ਬੁਲਾਵਾਂਗੇ। ਮਹਾਰਾਜ ਕਹਿੰਦੇ ਗੋਪਾਲ ਵਰਡ ਹੈਗਾ, ਗੋਪਾਲ ਵਰਡ ਹੈ, ਪਰ ਇੱਥੇ ਜਿਹੜੀ ਹੈਗੀ ਆ ਇੱਕ ਮਾਤਰਾ ਘਟਾਉਣੀ ਹੈ, ਇਸ ਕਰਕੇ ਗੋਪਾਲਾ ਪੜ੍ਹਨਾ ਹੈ। ਕਹੋ ਨਾਨਕ ਜਾ ਕੋ ਪਏ ਦਿਆਲਾ, ਸਾਧ ਸੰਗ ਮਿਲੇ ਭਜੇ ਗੋਪਾਲਾ। ਜਿਹ 'ਤੇ ਮਾਲਕ ਪਰਮਾਤਮਾ ਦਿਆਲ ਹੋ ਜਾਂਦਾ ਹੈ, ਉਹ ਸਾਧ ਸੰਗਤ ਗੁਰੂ ਦੀ ਸੰਗਤ ਦੇ ਨਾਲ ਗੁਰੂ ਦਾ ਗਿਆਨ ਲੈ ਕੇ ਜਿਹੜਾ ਹੈਗਾ ਮਾਲਕ ਪਰਮੇਸ਼ਰ ਦਾ ਜਿਹੜਾ ਹੈਗਾ ਭਜਨ ਕਰਦਾ ਹੈ। ਭਾਈ ਭਜ ਮਨ ਮੇਰੇ ਏਕੋ ਨਾਮ, ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾਹੋ। ਅਬ ਨਾ ਭਜਸ ਭਜਸ ਕਾ ਭਾਈ, ਆਵੇ ਅੰਤ ਨਾ ਭਜਿਆ ਜਾਈ। ਇਹੀ ਤੇਰਾ ਅਵਸਰ, ਇਹੀ ਤੇਰੀ ਬਾਰ, ਘਟ ਪੀਤਰ ਤੂੰ ਦੇਖ ਵਿਚਾਰ। ਇਸ ਤਰ੍ਹਾਂ ਭਾਈ ਆ ਹੈਗਾ ਜੀਵਨ ਦੀ ਸਹੀ ਜਾਂਚ। ਜਿੱਥੇ ਵੀ ਜਿੰਨਾ ਵੀ ਆਪਾਂ ਹੈਗੇ ਆ, ਇਸ ਪਾਸੇ ਨੂੰ ਜਿਹੜਾ ਹੈਗਾ ਆਪਾਂ ਸ਼ਿਫਟ ਹੋਈਏ। ਇਹੀ ਜਿਹੜੀ ਬਾਣੀ ਚਾਹੁੰਦੀ ਆ, ਇਹੀ ਬਾਣੀ ਦਾ ਮਕਸਦ ਹੈਗਾ। ਔਰ ਆਪਣਾ ਜੀਵਨ ਜਿਹੜਾ ਹੈਗਾ ਸਫਲ ਕਰੀਏ, ਇਹੀ ਉਪਰਾਲਾ ਹੈਗਾ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇਸ ਵੇਲੇ ਨਾ ਆਪਾਂ ਨੂੰ ਹਾਂਜੀ ਹਾਂਜੀ ਆਪਾਂ ਨੂੰ ਜਿਸ ਵੇਲੇ ਇਸ ਗੜ ਜਿਹੜਾ ਸੀਗਾ ਆਪਾਂ ਪ੍ਰੇਮ ਪਲੀਤਾ ਆ ਗਿਆ, ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ। ਜਿਸ ਵੇਲੇ ਇਹ ਗੜ ਨੂੰ ਤੋੜ ਕੇ ਪ੍ਰੈਕਟੀਕਲੀ ਆਪਣੇ ਮਨ ਨੂੰ ਫੜ ਲੈਂਦੇ ਹੈਗੇ ਆ ਨਾ, ਫੇਰ ਇਹਨੂੰ ਜਿਸ ਵੇਲੇ ਪ੍ਰਮਾਤਮਾ ਦੇ ਕੋਲ ਇਹਨੂੰ ਪੇਸ਼ ਹੁੰਦਾ ਹੈਗਾ ਆ, ਉਸ ਵੇਲੇ ਕਾਲ ਵੀ ਨਾਲ ਹੁੰਦਾ ਆ। ਫੇਰ ਇਹ ਕਹਿੰਦਾ ਦੇਖ ਤੇਰੀ ਹਾਲਤ ਕੀ ਬਣੀ ਹੋਈ ਹੈਗੀ ਆ। ਫੇਰ ਇਹ ਮਨ ਕਹਿੰਦਾ ਵੀ ਇਹ ਮੈਂ ਨਹੀਂ ਪਾਪ ਕਰਦਾ ਸੀਗਾ, ਮੇਰੇ ਕੋਲੋਂ ਇੰਨ ਕਰਾਏ ਆ, ਤੁਸੀਂ ਮੈਨੂੰ ਇਹਦੇ ਦੇਸ਼ ਦੇ ਵਿੱਚ ਭੇਜਿਆ ਤੇ ਇਹਨੇ ਮੇਰੀ ਆਹ ਹਾਲਤ ਕਰਤੀ ਆ। ਮੈਂ ਨਹੀਂ ਕਹਿੰਦਾ ਹੁਣ ਇਹਦੇ ਵਿੱਚ ਰਹਿਣਾ ਚਾਹੁੰਦਾ। ਬਾਬਾ ਆਪ ਨਾ ਬਸੂ ਜੇ ਗਾਓ, ਘੜੀ ਘੜੀ ਦਾ ਲੇਖਾ ਮੰਗੇ। ਹੁਣ ਕਹਿੰਦੇ ਤੂੰ ਘੜੀ ਘੜੀ ਦਾ ਲੇਖਾ ਮੰਗਦਾ, ਮੇਰੇ ਨਾਲ ਜਿਹੜਾ ਹੈਗਾ ਇਹ ਰਲ ਕੇ ਕਾਲੇ ਸਾਰੇ ਮਾੜੇ ਕੰਮ ਕਰਾਏ। ਫਿਰ ਪ੍ਰਮਾਤਮਾ ਕਹਿੰਦਾ ਇਹ ਜਿਹੜੇ ਪਾਪ ਕੀਤੇ ਆ ਤੂੰ ਆਪ ਖੁਦ ਕੀਤੇ ਆ, ਤੈਨੂੰ ਸਰੀਰ ਦਿੱਤਾ ਸੀਗਾ, ਇਹ ਕਾਲ ਨੇ ਤੇਰਾ ਸੇਵਾਦਾਰ ਬਣਨਾ ਸੀ। ਤੂੰ ਕਹਿੰਦਾ ਜਾ ਕੇ ਇਹਦੇ ਆਖੇ ਲੱਗ ਕੇ ਤੂੰ ਮਾੜੇ ਕੰਮਾਂ ਵਿੱਚ ਲੱਗ ਗਿਆ, ਜਿਹਦੇ ਵਿੱਚ ਹੀ ਸਾਡਾ ਜੀਵਨ ਸਾਰਾ ਲੰਘ ਜਾਂਦਾ। ਜਿੰਨੇ ਚਿਰ ਤੱਕ ਅਸੀਂ ਇਸ ਦਾ ਪ੍ਰੈਕਟੀਕਲ ਨਹੀਂ ਕਰਦੇ ਨਾ ਜੀ, ਉਹਨੇ ਚਿਰ ਤੱਕ ਇਹ ਅਸੀਂ ਹੋਰ ਹੀ ਤਰ੍ਹਾਂ ਰਹੀ ਜਾਂਦੇ ਲੱਗਿਆ। ਇਹਦਾ ਪ੍ਰੈਕਟੀਕਲ ਕਰਨਾ ਹੀ ਪੈਣਾ। ਜਿਵੇਂ ਤੁਸੀਂ ਕਰਾਉਣੇ ਆ ਧਿਆਨ ਦਾ ਸਿਮਰਨ ਕਰਨਾ, ਇਹ ਕਰਨਾ ਹੀ ਪੈਣਾ ਜੀ। ਬਹੁਤ ਤੁਹਾਡੀ ਮਿਹਰਬਾਨੀ ਜੀ, ਬਹੁਤ ਵਧੀਆ ਅੱਜ ਦਾ ਵਿਸ਼ਾ ਚੱਲ ਰਿਹਾ ਸੀਗਾ ਜੀ। ਮਿਹਰਬਾਨੀ, ਸ਼ੁਕਰੀਆ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ शुरू कर दूं पूरा। अबे 3 ਵਜੇ ਪੂਰਾ ਸ਼ੁਰੂ ਕਰ ਦੇ। ਪਤਾ ਨਹੀਂ ਤੁਹਾਡੇ ਮੇਰੇ ਖਿਆਲ 3:30 ਵਜੇ ਸ਼ੁਰੂ ਹੁੰਦਾ ਹੈ ਜੀ। ਇਸ ਟਾਈਮ ਤੁਹਾਡੇ 4:45 ਹੋਣੇ ਆ। ਇੰਡੀਆ ਦੇ ਵਿੱਚ ਮੇਰੇ ਖਿਆਲ 3:30 ਵਜੇ ਸ਼ੁਰੂ ਹੁੰਦਾ ਹੈ ਜੀ, 3:30 ਤੋਂ 4:30। ਸਹੀ ਹੈ ਜੀ, ਇੰਡੀਆ ਚ ਇੰਨਾ ਟਾਈਮ ਹੀ 3:30 ਦਾ ਹੀ ਹੈ ਜੀ। 3 ਵਜ ਕੇ ਆਮ ਤੌਰ ਤੇ ਜੀ 38 ਮਿੰਟ ਦੇ ਆਪਣਾ ਚਾਲੂ ਹੋਇਆ ਹੁੰਦਾ ਜੀ। ਹਾਂਜੀ, ਉਹ ਫਿਰ 5-7 ਮਿੰਟ ਜਿਹੜੇ ਸੰਗਤ 34 ਦੇ ਵਿੱਚ ਹਾਂਜੀ 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 ਜੁੜਨ ਨੂੰ ਉਹ ਘੜੀਆਂ ਦੇ ਟਾਈਮ ਜਾਂ ਫੋਨਾਂ ਦੇ ਟੈਲੀਫੋਨਾਂ ਦਾ ਉਹਨਾਂ ਕੁ ਫਰਕ ਹੁੰਦਾ ਜੀ, ਹੋਰ ਨਹੀਂ ਕੁਝ ਵੀ। ਆਮ ਤੌਰ ਤੇ 3:30 ਵਜੇ ਦਾ ਟਾਈਮ ਆ ਜੀ, ਤੇ 3:38 ਤੱਕ ਸਾਰਾ ਕੁਝ ਕਲੀਅਰ ਹੋ ਜਾਂਦਾ ਜੀ। ਬਿਲਕੁਲ ਠੀਕ ਹੈ ਜੀ, ਸਹੀ ਹੈ ਜੀ। ਆਪਾਂ ਕਰੀਏ ਜੀ ਵਾਹਿਗੁਰੂ।